ਹੱਥਾਂ ਵਿੱਚ ਹੈ ਰੱਖਿਆ ਕਲੇਜਾ, ਅੱਜ ਸੀਨੇ ਵਿੱਚ ਹੈ ਉੱਠਦਾ ਤੂਫਾਨ। ਅੱਜ ਜਾਂਦੀ ਏ ਤੇ ਜਾਨ ਵੀ ਜਾਵੇ, पर जाने ना दूं मैं अपनी शान। मेरे अंदर रब मेरे बाहर रब, दिल सच्चा ते फिक्र क्यों कोई। जागो रखे साया मार सके ना कोई, बन के एक ढाल सा चलेगा वही, राज करेगा खालसा। कोई वार करे कोई ठार करे, दिल सच्चा ते फिक्र क्यों कोई। जागो रखे साया मार सके ना कोई, बन के एक ढाल सा चलेगा वही, आज करेगा खालसा। इस वर्गा झूठा, इस वर्गा गंदा इंसान एक भी कौन जी। कदे क्या 15 लाख दूंगा, आए कि सुबह 15 लाख, कदे क्या स्वामीनाथन योग, कदे कि मैं इस खट्टर न मारा हरियाणा में नुका बोनस दूंगा, नुका एक भी ना कणक राखो करा, एक भी ना कणक राखी खेत में करा गेड़ी फेर ठाका मंडी में ले गए। इतने झूठे 1 रुपया भी नहीं बोनस का दिया, इतने गंदे झूठे लोग हैं जी। लाठियाँ चार्ज, बशार, आथरू गैस के गोले, हमारी आंखें सूज गए थे इतने दिन। तो बहुत जुल्म किया, तशद्दद किया किसानों पर। 10 गुना ज़्यादा अत्याचार हो चुका है, और जितना झूठा प्रधानमंत्री मोदी है, आज तक कोई भी प्रधानमंत्री नहीं बना है। सबसे झूठा प्रधानमंत्री है। इन्होंने किसानों के साथ बहुत बड़ा धोखा किया। स्वामीनाथन ने रिपोर्ट कह रहा लागू करने की, उसके बाद उल्टा कर दिया। ਅਸੀਂ ਮੋਦੀ ਦਾ ਪਿੱਟ ਸਿਆਪਾ ਕਰਨਾ ਹੈ ਜੀ, ਅਸੀਂ ਮੋਦੀ ਦਾ ਪਿੱਟ ਸਿਆਪਾ ਕਰਨਾ ਹੈ ਗੰਦੀ ਸਰਕਾਰ ਦਾ, ਜਿਹਨੇ ਕਾਨੂੰਨ ਕੀਤੇ ਨੇ ਨਾ, ਇਹ ਕਾਨੂੰਨ ਅਸੀਂ ਰੱਦ ਕਰਵਾਉਣ ਵਾਸਤੇ ਆਏ ਆ। ਜਿੰਨਾ ਚਿਰ ਕਾਨੂੰਨ ਰੱਦ ਨਹੀਂ ਹੁੰਦੇ ਨਾ, ਅਸੀਂ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਬੈਠ ਕੇ ਜਾਣਾ ਹੋਵੇ। ਜਿੰਨਾ ਚਿਰ ਸਾਡੇ ਕਾਨੂੰਨ ਰੱਦ ਨਹੀਂ ਕਰਦਾ ਗੱਦੇ ਕਾਨੂੰਨ, ਉਹਨਾਂ ਚਿਰ ਅਸੀਂ ਇੱਥੇ ਬੈਠਣਾ ਹੈ। ਇੱਥੇ ਦੀ ਮੁਰਦਾਬਾਦ। ਜਿੰਨਾ ਚਿਰ ਇਹ ਕਾਨੂੰਨ ਰੱਦ ਨਹੀਂ ਹੁੰਦੇ, ਚਾਹੇ ਸਾਡੀ ਜਾਨ ਚਲੀ ਜਾਵੇ, ਅਸੀਂ ਇੱਥੋਂ ਨਹੀਂ ਜਾਵਾਂਗੇ। ਮੋਦੀ ਸਰਕਾਰ ਮੁਰਦਾਬਾਦ, ਮੋਦੀ ਸਰਕਾਰ ਮੁਰਦਾਬਾਦ। 21 ਦੁੱਕੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ, 21 ਦੁੱਕੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ। ਅਸੀਂ ਜੀ ਤਕਰੀਬਨ 26 ਤਰੀਕ ਤੋਂ ਇੱਥੇ ਦਿੱਲੀ ਆਏ ਆ, ਤੇ ਇਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਵਿੱਚ ਧਰਨੇ ਦੇ ਰਹੇ ਸੀਗੇ ਅਲੱਗ-ਅਲੱਗ ਬੈਰੀਅਰ ਤੇ। ਪਰ ਜਦੋਂ ਸਾਨੂੰ ਪਤਾ ਲੱਗਿਆ ਕਿ ਇਹ ਬਿੱਲਾਂ ਦੀ ਜਿਹੜੀ ਮੰਗ ਆ, ਉਹਨਾਂ ਨੇ 3 ਬਿੱਲ ਆਰਡੀਨੈਂਸ ਪਾਸ ਕੀਤੇ ਸੀਗੇ, ਕਾਲੇ ਕਾਨੂੰਨ, ਉਹਨਾਂ ਨੂੰ ਅਸੀਂ ਵਾਪਸ ਜਾਣੀ ਕਿ ਰੱਦ ਕਰਵਾਉਣ ਆਏ ਆ। ਇੱਥੇ ਸਾਰੇ ਕਿਸਾਨ ਜਥੇਬੰਦੀਆਂ ਹਰਿਆਣਾ, ਪੰਜਾਬ, ਉੱਤਰਾਖੰਡ, ਸਾਰੇ ਅਲੱਗ-ਅਲੱਗ ਸਟੇਟਾਂ ਤੋਂ ਇੱਥੇ ਪਹੁੰਚੇ ਨੇ, ਤੇ ਉਸੇ ਦੇ ਮਕਸਦ 'ਚ ਅਸੀਂ ਉਹੀ ਜਿਹੜੇ ਬਿੱਲ ਨੇ 3,
ਉਹਨਾਂ ਬਿੱਲਾਂ ਨੂੰ ਵਾਪਸ ਕਰਵਾਉਣ ਵਾਸਤੇ, ਰੱਦ ਕਰਵਾਉਣ ਵਾਸਤੇ ਅਸੀਂ ਇੱਥੇ ਪਹੁੰਚੇ ਹਾਂ। ਸਾਡੇ ਹੱਕ ਲੈਣ ਆਏ ਆ ਜੀ, ਸਾਨੂੰ ਹੱਕ ਨਹੀਂ ਮਿਲ ਰਹੇ। ਅਸੀਂ ਕਿੰਨੇ ਦਿਨਾਂ ਤੋਂ ਅੰਦੋਲਨ ਪੰਜਾਬ 'ਚ ਵੀ ਪਹਿਲਾਂ ਚੱਲਦਾ ਰਿਹਾ, ਹੁਣ ਇੱਥੇ ਆ ਕੇ ਬੈਠੇ ਆ। ਗਵਰਨਮੈਂਟ ਸੁਣ ਨਹੀਂ ਰਹੀ, ਫਿਰ ਇਹ ਬੰਦ ਕਰਕੇ ਉਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਾਵਾਂਗੇ। ਸਾਰੇ ਇੰਡੀਆ ਦੇ ਵਿੱਚੋਂ ਰਾਜਸਥਾਨ 'ਚੋਂ ਵੀ ਆਏ ਨੇ, ਗੁਜਰਾਤ 'ਚੋਂ ਵੀ ਕਿਸਾਨ ਆਏ ਨੇ, ਉੱਚੀ ਬੋਲੋ। ਹਰਿਆਣਾ ਤਾਂ ਬਿਲਕੁਲ ਇੱਥੇ ਪਹਿਲਾਂ ਤੋਂ ਹੀ ਖੜਾ ਜੀ, ਤੇ ਸਾਰੇ ਇੰਡੀਆ 'ਚੋਂ ਹੀ ਆਏ ਨੇ ਕਿਸਾਨ, ਤੇ ਉਹਨਾਂ ਦਾ ਸਾਰੇ ਹੱਕ ਲੈਣ ਆਇਆ ਜੀ। ਇਹਨਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਣੀ ਚਾਹੀਦੀ। ਇੱਕੋ ਹੀ ਨਾਰਾ ਕਿਸਾਨ ਪਿਆਰਾ, ਸਾਰਾ ਹੀ ਇਸ ਵੇਲੇ ਵਰਲਡ ਕਹਿ ਸਕਦੇ ਆ ਕਿ ਕਿਸਾਨ ਦੇ ਹੱਕ ਵਿੱਚ ਖੜਾ। ਪਰ ਜਿਹੜੇ ਮੋਦੀ ਜੀ ਹਜੇ ਵੀ ਮੰਨਣ ਨੂੰ ਤਿਆਰ ਨੇ, ਉਹ ਹਜੇ ਵੀ ਕਹੀ ਜਾਂਦੇ ਆ ਕਿ ਮੇਰੇ ਮਨ ਕੀ ਬਾਤ ਆ, ਮੈਂ ਆਪਣੇ ਮਨ ਦੀ ਬਾਤ ਮਨਾਵਾਂਗਾ। ਪਰ ਮੈਂ ਮੋਦੀ ਜੀ ਨੂੰ ਦੱਸ ਦਿੰਨਾ ਚਾਹੁੰਦਾ ਕਿ ਮੋਦੀ ਜੀ, ਤੁਸੀਂ ਪਹਿਲੇ ਮਨ ਕੀ ਬਾਤ GST ਲਾਈ, ਫਿਰ ਮਨ ਕੀ ਬਾਤ ਤੁਸੀਂ ਨੋਟਬੰਦੀ ਕੀਤੀ, ਫਿਰ ਮਨ ਕੀ ਬਾਤ ਤੁਸੀਂ 370 ਲਾਈ। ਤੁਹਾਡੀਆਂ ਹੀ ਮਨ ਦੀਆਂ ਸੁਣੀ ਜਾਵਾਂਗੇ, ਸਾਡੀ ਵੀ ਇੱਕ ਮਨ ਦੀ ਸੁਣ ਲਓ, ਸਾਡੀ ਵੀ ਇੱਕ ਮਨ ਦੀ ਸੁਣੋ। ਅਸੀਂ ਤਾਂ ਇੱਕੋ ਹੀ ਸੁਣਾਉਣ ਲੱਗੇ ਆ ਕਿ ਜਿਹੜਾ ਇਹ ਤੁਸੀਂ ਬਿੱਲ ਕਾਲੇ ਕਾਨੂੰਨ ਪਾਸ ਕੀਤੇ ਇਹਨਾਂ ਨੂੰ ਰੱਦ ਕਰੋ, ਤੇ ਤਾਂ ਕਿ ਜਿਹੜਾ ਕਿਸਾਨ ਆ ਉਹ ਤਾਂ ਪਹਿਲਾਂ ਹੀ ਮਰਿਆ ਹੋਇਆ, ਜ਼ਿਮੀਂਦਾਰ ਤਾਂ ਪਹਿਲੇ ਹੀ ਡੁੱਬਿਆ ਹੋਇਆ ਕਰਜ਼ੇ ਦੇ ਵਿੱਚ, ਤੇ ਉਹਨੂੰ ਹੋਰ ਨਾ ਡੁੱਬੋ। ਅਸੀਂ ਤਾਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਅੱਗੇ ਕਿ ਸਰਬੱਤ ਦਾ ਭਲਾ ਕਰ। ਅਸੀਂ ਮੋਦੀ ਜੀ ਨੂੰ ਵੀ ਕਹਿੰਦੇ ਆ ਕਿ ਇਹ ਬਿੱਲ ਵਾਪਸ ਲਿੱਤੇ ਜੀ। ਮੇਨ ਸਾਡੀ ਇਹੀ ਮੰਗ ਹੈ ਜੀ, ਸਾਡਾ ਤਾਂ ਇਹ ਬਿੱਲ ਰੱਦ ਹੀ ਕਰਾਉਣੇ ਆ, ਸਾਨੂੰ ਸੋਧ ਨਹੀਂ ਚਾਹੀਦੀ। ਜਿਹੜੇ 3 ਕਾਨੂੰਨ ਕੱਢੇ ਆ ਉਹ ਰੱਦ ਹੋਣੇ ਚਾਹੀਦੇ ਆ। ਜੇ ਕਹਿੰਦੇ ਸੋਧ ਕਰਨੀ ਆ, ਸੋਧ ਅਸੀਂ ਚਾਹੀਦੀ ਨਹੀਂ। ਇੱਕ ਨਹੀਂ ਪਰਾਲੀ ਦਾ ਕੱਢਿਆ 1 ਕਰੋੜ ਜੁਰਮਾਨਾ ਤੇ 5 ਸਾਲ ਦੀ ਕੈਦ, ਤੇ ਅਸੀਂ ਉਹ ਵੀ ਰੱਦ ਕਰਾਉਣਾ। ਦੇਖੋ ਜੀ, ਤੁਹਾਨੂੰ ਪਤਾ ਹੈ ਜਿਸ ਹਿਸਾਬ ਨਾਲ ਹੁਣ ਮੀਟਿੰਗਾਂ ਸਾਡੇ ਨਾਲ ਕਿਸਾਨਾਂ ਨਾਲ ਕਰ ਰਹੇ ਆ ਇਹ, ਪਰ ਮੀਟਿੰਗਾਂ ਦਾ ਕੋਈ ਹੱਲ ਕੱਢ ਨਹੀਂ ਰਹੇ। ਉੱਥੇ ਬੁਲਾ ਕੇ ਅਸੀਂ ਤਾਂ ਇਸ ਨੂੰ ਆਪਦੀ ਬੇਇੱਜ਼ਤੀ ਮੰਨਦੇ ਆ। ਸਾਨੂੰ ਉੱਥੇ ਬੁਲਾਉਂਦੇ ਆ ਪਰ ਸਾਡਾ ਕੋਈ ਹੱਲ ਕੱਢਦੇ ਨਹੀਂ, ਇਸ ਲਈ ਮੋਦੀ ਦਾ ਪੁਤਲਾ ਫੂਕਿਆ ਜੀ। ਸਰਕਾਰਾਂ ਨੂੰ ਜਿਹੜੇ ਇਹਨਾਂ ਨੇ ਤਾਨਾਸ਼ਾਹੀ ਕਾਨੂੰਨ ਸਾਡੇ ਤੇ ਲਾਗੂ ਕੀਤੇ ਆ, ਬਹੁਤ ਮਾੜੇ ਕਾਨੂੰਨ ਆ, ਕਿਸਾਨ ਮਾਰੂਗਾ। ਇਸ ਕਰਕੇ ਅਸੀਂ ਰੱਦ ਕਰਾਉਣਾ ਚਾਹੁੰਦੇ ਵੀ ਰੱਦ ਹੋਣੇ ਚਾਹੀਦੇ ਆ। ਹਾਂ, ਰੱਦ ਨਹੀਂ ਹੁੰਦੇ ਅਸੀਂ ਇੱਥੇ ਹੀ ਬੈਠੇ ਰਵਾਂਗੇ। ਸਾਡੀਆਂ ਭਲਾ ਸ਼ਹੀਦੀਆਂ ਵੀ ਪੈ ਜਾਣ, ਅਸੀਂ ਇੱਥੇ ਹੀ ਰਵਾਂਗੇ। ਜੋ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਪੂਰੀ ਦੁਸ਼ਮਣ ਹੈ, ਕਿਉਂਕਿ ਕਿਸਾਨਾਂ ਦੇ ਹੱਕਾਂ ਦੇ ਉੱਤੇ ਜੋ ਇਸਨੇ ਡਾਕਾ ਮਾਰਿਆ ਹੈ, ਕਾਲੇ ਕਾਨੂੰਨ ਤਿਆਰ ਕਰੇ ਹੈ, ਜਦ ਤੱਕ ਇਹ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਉਦੋਂ ਤੱਕ ਕਿਸਾਨ ਇਹ ਮੋਰਚੇ ਤੇ ਪੂਰਾ ਜੱਜ ਕੇ ਦਿਨ ਦੂਣੇ ਤੇ ਰਾਤ ਚੌਗਣੇ ਹੁੰਦੇ ਰਹਿਣਗੇ। ਤਾਂ ਜੇ ਵਾਪਸ ਲੈ ਲੈਂਦੀ ਹੈ ਤਾਂ ਇਹਦਾ ਧੰਨਵਾਦ ਹੈ। ਪਰ ਅੱਜ ਜੋ ਜਲਸਾ ਹੈ, ਜਲਸੇ ਵਾਸਤੇ ਦਿਨ ਹੈ ਔਰ ਮੋਦੀ ਵਾਸਤੇ ਹੈ ਰਾਤ, ਔਰ ਚੰਗਾ ਰਹੂਗਾ ਜੇ ਛੱਡ ਕੇ ਦਿੱਲੀ ਚਲਾ ਜਾਏ ਗੁਜਰਾਤ। ਇਹ ਧਰਨਾ ਜੀ ਜਿਹੜੇ 3 ਖੇਤੀ ਆਰਡੀਨੈਂਸ ਕਾਨੂੰਨ ਆ ਉਹਨਾਂ ਦੇ ਕਰਕੇ ਧਰਨੇ ਲੱਗੇ ਹੋਏ ਆ, ਉਹ ਸਾਡੇ ਕਿਸਾਨ ਵਿਰੋਧੀ ਕਾਨੂੰਨ ਆ, ਤੇ ਇਹ ਅਸੀਂ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਰੱਦ ਕਰਨੇ ਚਾਹੀਦੇ ਆ। सुधारने क्यों? मैं तो बड़ी बड़ी कंपनियां ले देंगे हम, तो उनके नौकर लग जाएंगे आगा, टीपन ठाणे पड़ाएंगे माना तो है भाई। हमारे बाबा की जमीन ना आया, इन्हें दे देंगे महीना। तो ये सरकार का अत्याचार है, क्योंकि सरकार किसान को दबाना चाहती है और अत्याचार पे अत्याचार कर रही है, और किसान इन अत्याचारों से पीछे हटने वाला नहीं है। इसका एक उदाहरण आप देख ही रहे हैं, क्योंकि किसान पीछे हटने वाला नहीं है। इन 3 अध्यादेशों को वापस करा के रहेगा जब तक किसान वापस नहीं मुड़ेगा दिल्ली से, जब तक ये नहीं मानेंगे। मोदी सरकार जब इलेक्शन आना ना, टोली भी ध्यानी मोदी सरकार टोली भी ध्यानी जब इलेक्शन आना, जिम्मेदारों का जो गुस्सा है ना इलेक्शन के बीच निकालेंगे, इसके खिलाफ वोट पाकर। इसकी सरकार है कभी भी नहीं बनने देंगे हिंदुस्तान के बीच। मोदी सरकार है कभी बनेगी ये जिम्मेदारों की दुश्मन। उन्होंने पिंडा के बीच डंडे मारे जाएंगे, बट्टे मारे जाएंगे। उन्होंने ਜਿਹੜੇ ਪਿੰਡਾਂ 'ਚ ਵੋਟ ਲੈਣ ਆਵਾਂਗੇ ਭਾਜਪਾ ਦੇ ਹੋਏ, ਚਾਹੇ ਇਹਨਾਂ ਦੇ ਨਜ਼ਦੀਕੀ ਬੰਦਾ ਹੋਵੇ ਕੋਈ, ਜਿਨ੍ਹਾਂ ਦੇ ਸੰਬੰਧ ਕਾਇਮ ਹੋਵੇ ਕਿਸੇ ਪਾਰਟੀ ਵੱਲ ਹੋਇਆ। ਮੋਦੀ ਨੂੰ ਨੱਥ ਤਾਂ ਪੈ ਗਈ ਜੀ, ਜਿੱਦਾਂ ਬੈਲ ਅਸੀਂ ਰੱਖਦੇ ਨਾ ਪਹਿਲਾਂ ਉਹਨੂੰ ਅਸੀਂ ਨੱਥ ਪਾ ਲੈਂਦੇ, ਉਹ ਫਿਰ ਆਲੇ ਦੁਆਲੇ ਭੜਕਦਾ। ਮੋਦੀ ਨੂੰ ਨੱਥ ਪੈ ਗਈ, ਹੁਣ ਉਹ ਭੜਕ ਰਿਹਾ, ਠੀਕ ਹੈ ਨਾ। ਹੁਣ ਉਹ ਬਸ ਵਿੱਚ ਕਰ ਲੈਣਾ ਜੀ, ਉਦੋਂ ਬਾਅਦ ਮੰਨੇਗਾ, ਪੱਕਾ ਮੰਨੇਗਾ। ਅੱਜ ਕੱਲ੍ਹ ਦੇਸ਼ ਦਾ ਨੁਕਸਾਨ ਨਾ ਕਰਨ, ਸਾਨੂੰ ਉਹਨਾਂ ਦੀ ਵਜ੍ਹਾ ਨਾਲ ਜੋ ਦੇਸ਼ ਦਾ ਨੁਕਸਾਨ ਹੋ ਰਿਹਾ ਉਹਦਾ ਜ਼ਿੰਮੇਵਾਰ ਮੋਦੀ ਸਾਹਿਬ ਆ। ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰ ਰਹੇ, ਅਸੀਂ ਲੋਕਲ ਬੰਦੇ ਨੂੰ ਵੀ ਖਾਣਾ ਖਿਲਾ ਰਹੇ ਹਾਂ। ਬਿਲਕੁਲ ਅਸੀਂ ਉਸ ਮੁਲਾਜ਼ਮ ਨੂੰ ਵੀ ਕਹਿੰਦੇ ਆ ਤੁਸੀਂ ਖਾਓ ਪੀਓ, ਠੀਕ ਨਹੀਂ। ਅਸੀਂ ਪ੍ਰੋਟੈਸਟ ਕਰਨ ਆਏ ਆ, ਅਸੀਂ ਨੁਕਸਾਨ ਕਰਨ ਨਹੀਂ ਆਏ। ਸਾਡਾ ਦੁੱਖ ਵਾ, ਅਸੀਂ ਦੂਜੇ ਨੂੰ ਥੋੜੀ ਦੁਖੀ ਕਰਨਾ। ਪਰ ਮੋਦੀ ਸਾਹਿਬ ਨੂੰ ਭਾਜੀ ਜਿਹੜਾ ਇਸ ਵਜ੍ਹਾ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਰੋਜ਼, ਉਹਦੀ ਜ਼ਿੰਮੇਵਾਰੀ ਸਾਰੀ ਮੋਦੀ ਤੇ। पिछले 2 महीने से जैसा कि आप देख रहे हैं कि पंजाब की पूरी जो रेलवे है वो हमने बंद कर रखी पंजाब के किसानों ने, चाहे वो मालगाड़ी हो चाहे वो अपने पैसेंजर ट्रेन हो। मगर एक ऐसी सरकार और एक ऐसा प्रधानमंत्री देश का है कि जो देश के लोगों की बात नहीं सुनना चाहता।
ये बड़ी ही एक अफसोस और जनक बात है कि देश का प्रधानमंत्री देश की पब्लिक की बात नहीं सुनना चाहता। देश के किसान, जिसे कि वो अन्नदाता कहता है, सिर्फ एक प्रधानमंत्री नहीं, देश का हर एक नागरिक जो कि किसानों को अन्नदाता समझता भी है, कहता भी है और मानता भी है, मगर उसी अन्नदाता की जब बात उनके हक की आती है तो सरकार जो है उसके हक की कोई बात नहीं करती। तो ऐसा ही निकम्मा, और मैं समझता हूँ कि जो आम जनता का नहीं है, देश का जो आज प्रधानमंत्री है वो आम जनता, आम मानस का या किसानों का प्रधानमंत्री नहीं है, वो सिर्फ और सिर्फ कॉरपोरेटरों का ही प्रधानमंत्री। देखिए, वो मन की बात करते हैं मगर आम जनता, मैंने जैसे पहले कहा कि आम मानस की बात नहीं करते, वो आम किसान की बात नहीं करते। हमारी जगह वो आकर देखे कि हम क्या चाहते हैं। अगर आप हमारे लिए कोई कानून बनाते हैं, हमें वो पसंद नहीं है, हम उसका विरोध करते हैं, तो आप कानून को रद्द कर दें। अगर आप रद्द कर देंगे, कल हम आपको कहने वाले नहीं होंगे। अगर हमें कल नुकसान होगा तो कल से हम आपको कोई मतलब इस बात की ये नहीं देंगे कि आपने हमारा कहना नहीं माना या आपने हमारा काम नहीं किया। किसानों की बात है, ये कॉरपोरेटर और ये बिजनेसमैन और ये बड़े बड़े जो नेता हैं, इनको किसानों की और खेती के बारे में क्या नॉलेज हो जो किसानों को इन्होंने अगर बनाना है तो स्वामीनाथन रिपोर्ट लागू करें। 2008 से स्वामीनाथन रिपोर्ट जो है वो बस्ते में बंद पड़ी है, उसको लागू नहीं किया गया, इन्होंने अपनी तरफ से कानून बना दिया। इस बिल से अडानी और अंबानी का ही लेना है और किसी जनता का इस बिल से कोई लेना देना नहीं। जनता को एक साइड में रखकर सिर्फ 2 परिवारों को आगे किया मोदी जी ने। हम यही आग्रह करते हैं, मोदी जी इस जनता की तरफ देखो, 2 परिवार को मत देखो। बहुत गरीब जनता है, कई दिन से सड़कों पर पड़ी है, गर्मी में मजदूर और लाचार किसान है। इनकी तरफ देखकर आप चलोगे तो देश का भविष्य भी अंधकार में आ जाएगा। अगर इनकी तरफ ना देखा, अगर किसान की तरफ देख लिया तो देश की आर्थिक स्थिति बना के रखनी है तो किसान की तरफ मोदी जी को देखना होगा, नहीं तो देश का कोई भविष्य है इसमें अंधकार में। सब तो गलत चीज़ ਜਿਹੜੀ ਇੱਥੇ ਦਿਖ ਰਹੀ ਹੈ ਬਈ, ਜਿਹੜੇ ਬਜ਼ੁਰਗ ਨੇ ਨਾ ਪੰਜਾਬ ਤੋਂ ਆਏ, ਮੋਦੀ ਨੂੰ ਘੱਟੋ ਘੱਟ ਇਹ ਸ਼ਰਮ ਕਰਨੀ ਚਾਹੀਦੀ ਹੈ। ਘੱਟੋ ਘੱਟ ਉਹ ਬਜ਼ੁਰਗਾਂ ਦੀ ਸ਼ਰਮ ਕਰਨੀ ਚਾਹੀਦੀ। ਦੇਖੋ ਇਹਨਾਂ ਦੀ ਉਮਰਾਂ ਪਤਾ ਕਿਹੜੀਆਂ ਨੇ, ਸਾਡੇ ਵਰਗੇ ਜਵਾਨ ਨੇ ਇਹਨਾਂ ਨੂੰ ਬਿਠਾ ਕੇ ਖਵਾਉਣ। ਇਹਨਾਂ ਨੇ ਬਥੇਰੀਆਂ ਜੰਗਾਂ ਲੜ ਲੀਆਂ, ਪਰ ਅੱਜ ਵੀ ਸਭ ਤੋਂ ਅੱਗੇ ਮੋਰਚੇ ਤੇ ਇਹ ਡਟੇ ਹੋਏ ਨੇ, ਭਾਵੇਂ ਉਹ ਬੁੱਢੇ ਦਲ ਦੇ ਹੋਣ। गुरु नानक दल मड़ियाँ वाले पीछे बाबा जी ने पड़ा लाया, बुढ़े दल दे सिंह भी। मोदी सरकार को हम संदेश देना चाहते हैं कि ये 3 अध्यादेश है जो कि किसानों के खिलाफ है, उसको वापस ले और किसानों की बात मानी जाए। एक लोकतंत्र देश है, यहाँ पे किसान भाइयों का अपना हक रखने का पूरा हक है। यहाँ पे किसान भाइयों के बात मानी जाए और उनकी फैसला, उनकी सहमति से किसान भाइयों के लिए फैसला लिया जाए। किसानों ਨੂੰ ਬਹੁਤ ਪਰੇਸ਼ਾਨੀ ਹੈ, ਸਾਰੀ ਪਰੇਸ਼ਾਨੀ ਹੈ ਕਿਸਾਨਾਂ ਦਿੱਕਤ ਇਹ ਹੈ ਜੀ। 2.5 ਮਹੀਨੇ ਹੋ ਗਏ ਧਰਨੇ ਲਾਉਂਦਿਆਂ ਨੂੰ, ਬਹੁਤ ਭਾਰੀ ਦਿੱਕਤ ਆ ਇਹਦੇ ਵਿੱਚ। ਬੜੀ ਦਿੱਕਤ ਹੈ। ਸਰਕਾਰਾਂ ਦਾ ਸਿਰਨੀ ਲੁੱਟ ਵਾਲੀ ਨੀਤੀ ਆ ਸਾਰੀ, ਕੋਈ ਸਹੀ ਬਾਤ ਤਾਂ ਹੈ ਨਹੀਂ ਇਸकी। ਨਾਨੀ ਆਬਾਦੀ ਦਾ ਕੀ ਹੈ ਇਹਦੇ ਵਿੱਚ? ਇਹ ਸਾਰਾ ਕੁਝ ਉਹਨਾਂ ਦਾ ਜੀ, ਆ ਜਿਹੜੀ ਮੰਡੀ ਬੋਰਡ ਖਤਮ ਕਰ ਰਹੀ ਹੈ। ਮੰਡੀ ਖਤਮ ਹੈ, 800 ਨੂੰ ਧਾਨ ਜੀਰੀ ਆ ਵਿਖਦੀ ਰਹੀ ਆ ਯੂਪੀ, ਸਾਡੇ ਪੰਜਾਬ ਚ ਆ ਕੇ ਵਿਖਿਆ 2000-1800 ਨੂੰ। ਕਿੰਨਾ ਫਰਕ ਹੈ? ਸਾਡੀਆਂ ਜ਼ਮੀਨਾਂ ਕੋ ਹੁੰਦਾ ਜੇ ਰੇਟ ਬੰਨਿਆ ਹੋਵੇ, ਕਿਉਂ ਵਿਚਾਰੇ ਲੈ ਕੇ ਜਾਣ ਉੱਥੇ? ਨਾ ਪੁਲਿਸ ਦਾ ਕੋਈ ਰੋਲ ਆ ਵਿਚਾਰੀ ਦਾ, ਨਾ ਜਿਹੜੀ ਪੈਰਾਮਿਲਟਰੀ ਫੋਰਸ ਆ ਉਹਦਾ। ਉਹ ਰਾਤ ਸਾਨੂੰ ਮਿਲੇ ਵੀ ਨੇ, ਅਸੀਂ ਉਹਨਾਂ ਨਾਲ ਗੱਲਾਂ ਵੀ ਕੀਤੀਆਂ। ਉਹ ਕਹਿੰਦੇ ਵੀ ਸਾਡੀ ਤਾਂ ਮਜਬੂਰੀ ਆ। ਦੇਖੋ ਡਿਊਟੀ ਤੇ ਨੇ, ਉਹਨਾਂ ਨੇ ਤਾਂ ਸਰਕਾਰ ਦੀ ਮੰਨਣੀ ਆ ਨਾ, ਪਰ ਉਹ ਵੀ ਸਾਡੇ ਭਾਈ ਨੇ। ਉਹ ਵੀ ਸਾਡੇ ਭਾਈ ਨੇ ਜਿਹੜੇ ਮੈਂ ਕਿਸੇ ਵੀ ਡਿਪਾਰਟਮੈਂਟ 'ਚ ਕੰਮ ਕਰਦੇ ਨੇ, ਚਾਹੇ ਉਹ ਪੁਲਿਸ ਦੇ ਵਿੱਚ ਨੇ, ਚਾਹੇ ਉਹ ਮਿਲਟਰੀ ਦੇ ਵਿੱਚ ਨੇ, ਉਹ ਸਾਡੇ ਭਰਾ ਨੇ। ਉਹਨਾਂ ਦੀ ਡਿਊਟੀ, ਉਹਨਾਂ ਦਾ ਫਰਜ਼ ਬਣਦਾ, ਕਿਉਂਕਿ ਉਹ ਨੌਕਰੀ ਕਰਦੇ ਨੇ। ਇਸ ਕਰਕੇ ਉਹਨਾਂ ਨੂੰ ਉਹਨਾਂ ਦੀ ਨਹੀਂ, ਕਿਸਾਨ ਦਾ ਨਾਮ ਤਾਂ ਜਵਾਨ ਤਾਂ ਹੀ ਰਹੇਗਾ ਜੇ किसान के पास ज़मीन रहेगी। अगर ज़मीन ही नहीं किसान के पास रहेगी तो किसान कैसे रहेगा? ਜਿਹੜੀ ਗੱਲ ਤੁਸੀਂ ਕਹਿੰਦੇ ਹੋ ਨਾ ਵੀ ਜੇ जवान बस किसान हो रहा है, वो मीडिया जो उसका मीडिया वो बोल रहा है। हम अभी मिल के आए हैं जवानों से, रात भी हम उनके पास खड़े थे, वो तो हमारे साथ बहुत अच्छी बात कर रहे हैं। वो तो हम निकल रहे हैं तो हमको साइड दे रहे हैं, कोई बात नहीं चले जाओ। उनका क्या मन करता है, खाना तो वो भी खाते हैं ना, उसको होना चाहिए वहीं। अगर इन्होंने एक गंदे कानून लेके आए तभी सिक्योरिटी को जहाँ बुलाना पड़ा ना। हमको पागल है, इतनी सर्दी में जहाँ घूमे हमारे बुजुर्ग बच्चे छोटे छोटे जहाँ बैठे हैं, इतने लंगर लगे हुए हैं। ਅਸੀਂ ਕਿਸਾਨ ਤੇ ਨਹੀਂ ਹੈਗੇ, ਬਟ ਅਸੀਂ ਇਹਨਾਂ ਨੂੰ ਆਪਾਂ ਸਪੋਰਟ ਕਰਨ ਆਏ ਆ ਕਿਉਂਕਿ ਇਹ ਸਹੀ ਜਗ੍ਹਾ ਤੇ ਸਹੀ ਇੱਕ ਮੁੱਦਾ ਲੈ ਕੇ ਬੈਠੇ ਹੋਏ ਨੇ। ਜਿਹੜੇ 3 ਕਾਨੂੰਨ ਇਹਨਾਂ ਨੇ ਪਾਸ ਕੀਤੇ ਨੇ ਜੋ ਇਹਨਾਂ ਦੇ ਖਿਲਾਫ ਨੇ, ਉਹਨਾਂ ਨੂੰ ਰੱਦ ਕਰਕੇ ਵਾਪਸ ਕਰਕੇ ਕਿਸਾਨ ਭਰਾਵਾਂ ਨੂੰ ਸਹੂਲਤ। ਨਿਹਾਇਤ ਗਲਤ ਹੈਗਾ, ਨਿਹਾਇਤ ਗਲਤ ਹੈਗਾ। ਬਹੁਤ ਖੰਡਨ ਕਰਦੇ ਆ, बहुत गलत काम किया इन्होंने। मोदी सरकार, मैं ये कहता हूँ कि मोदी सरकार और जो ये अमित शाह इसके होम मिनिस्टर है, इनको शर्म आनी चाहिए। माताएं बहनें यहाँ लंगर बना रही है और सड़क पर बैठे हैं और मोदी एक ट्वीट भी नहीं कर रहा इनके बारे में। आतंकवादी ये खाली अरे ये पिछली बार तमिलनाडु से जो किसान आए थे उनको लिट्टे आतंकवादी बोल रहे थे। ये सरकार तो हमेशा किसानों को दबाने का काम किया है। और दादा किसान का बेटा कहाँ थे हो? किसान का बेटा ने कभी
पहली बार ऐसा हुआ है विश्व में किसी प्रधानमंत्री ने अपना रूप बदलिया है, कभी दाढ़ी छोटी कभी बड़ी। ये बहरूपी आके बैठ गए कुर्सी पे और उनको उखाड़ के फेंकने का काम है, उनको उखाड़ के फेंक। दादा छोटू राम जी एक बात कहते थे कि और आम वर्ग रुकता है तो कमर तोड़ता है, किसान बिल्कुल सरकार बदल देता है। ये अंबानी और अडानी के लिए बना है। किसान एकता, किसान एकता। इतना मूर्ख आदमी प्रधानमंत्री और खट्टर, इस वर्ग का कोई दुनिया में झूठा और विश्वासी सबसे गंदा प्रधानमंत्री मिल गया। छोटे छोटे बच्चे, छोटी छोटी बहनें, छोटे छोटे बड़े बड़े बुजुर्ग माताएं, इतनी ठंडी में इतना बुरा हाल हो रहा है। किसानों में सारा ही देश है, किसानों का बेवकूफ बना दिया इस आदमी ने। कदे बड़ी दाढ़ी करे, कदे छोटी करे, किसी ने बाल माल तो बाले मरे पड़े थे। सांस मड़ा आवा था, यू तो मजीता मारने न हो रहा, यू गिट्टी में उठा देना हो गया। मामले सांस तो पहले को नहीं आवा था, बाल कहीं फीस देनी, दो डबड़ी के माँ में जमींदार हो गए हैं। सांस तो मैं सांसा बाहर इस वर्गा झूठा, इस वर्गा गंदा इंसान एक भी को नहीं जी। कदे क्या 15 लाख दूंगा, आए कि सुबह 15 लाख, कदे क्या स्वामीनाथन योग, कदे कि मैं इस खट्टर न मारा हरियाणा में नुका बोनस दूंगा, नुका एक भी ना कणक राखो करा, एक भी ना कणक राखी खेत में करा गेड़ी, फिर ठाका मंडी में ले गए। इतने झूठे, 1 रुपया भी नहीं बोनस का दिया, इतने गंदे झूठे लोग है जी। देखो इन्ना जिमींदारों का जो खर्चा करवाया, ਇੰਨੀ ਮਸ਼ੀਨਰੀ ਕੰਮ ਛੱਡਿਆ, ਸਾਰਾ ਕੁਝ ਕਰਿਆ, ਜੇ ਉਹ ਸਾਡੇ ਦੇ ਨਾਲ ਜੇ ਅਸੀਂ ਉਹਨੂੰ ਵੋਟਾਂ ਪਾਈਆਂ ਤੀਆਂ, ਉਹ ਇਹ ਗੱਲ ਜਦ ਵੀ ਸੋਚ ਕੇ ਸਾਨੂੰ ਦੱਸ ਸਕਦਾ ਸੀ ਵੀ ਮੈਂ ਦਰਅਸਲ ਵੀ ਤੁਹਾਡੇ ਨਾਲ ਆਹ ਕਰੂੰਗਾ। ਜੇ ਸਾਨੂੰ ਉੱਤੇ ਦੱਸਦਾ ਫਿਰ ਇਹਨੂੰ ਰਾਜ ਤੇ ਬਿਠਾਉਂਦੇ, ਇਹਨੂੰ ਪਤਾ ਲੱਗਦਾ ਵੀ ਕਿਵੇਂ ਰਾਜ ਹੁੰਦਾ। ਸਮਝ ਗਏ ਵੀ ਦੇਖੋ ਕਿੰਨਾ ਖਰਚਾ ਕਰਕੇ ਪੰਜਾਬ ਨੇ, ਸਾਰੇ ਦੁਨੀਆ ਨੇ ਵੀ ਖਰਚਾ, ਟਰੈਕਟਰਾਂ ਦਾ ਖਰਚਾ, ਤੇਲ ਮੱਚਿਆ, ਕੰਮ ਛੱਡੀ ਬੈਠੇ ਆ ਉਰੇ, ਕੋਈ ਅਸੀਂ ਵਿਹਲੇ ਤਾਂ ਨਹੀਂ। फिर इनू सोचना चाहिए थी ये गल वेले भी ना, ये नहीं गल कोई। किसान तो पहले ही बदहाल है, खुदकुशी कर रहा है किसान, तो इन्होंने और ये बिल्ला करो हमारी और हालत खस्ता कर दी है। कहते हैं डिसीजन जो हो गया हाँ बहुत अड़िया है इस बात पर, वो आवाम का, पब्लिक का कुछ नहीं सोच रहा। ਇਹ ਤੁਸੀਂ ਕਿਸਾਨ ਦੀ ਕਿੰਨੀ ਸੋਚ ਦੇਖ ਲਓ ਜੀ, ਕਿੰਨੀ ਸਹੀ ਸੋਚ ਹੈ। ਇੰਨਾ ਕੁਝ ਗੰਦੀ ਸਰਕਾਰ ਨੇ, ਪਾਣੀ ਦੀਆਂ ਵਿਛਾੜਾਂ ਵੀ ਮਾਰੀਆਂ, ਲਾਠੀਆਂ ਵੀ ਮਾਰੀਆਂ, ਸਭ ਕੁਝ ਚੱਲਿਆ। ਪਰ ਅਸੀਂ ਇੱਕ ਗੱਲ ਕਹਿਣੇ ਆ, ਜੇ ਕਾਨੂੰਨ ਰਾਹ ਰੱਦ ਕੀਤੇ ਨਾ ਮੋਦੀ ਸਰਕਾਰ ਨੇ, ਤਾਂ ਇਸ ਤੋਂ ਬਾਅਦ ਸਾਡੇ ਤੋਂ ਪਤਾ ਨਹੀਂ ਕੀ ਕੁਝ ਹੋਊਗਾ। ਇਹ ਗੰਦੀ ਸਰਕਾਰ ਨੂੰ ਸੋਚਣਾ ਚਾਹੀਦਾ ਲੋਕਾਂ ਬਾਰੇ। ਉਹ ਸਾਰਾ ਪੰਜਾਬ ਨੂੰ ਖਰੀਦਣਾ ਚਾਹੁੰਦਾ ਹੈ, ਪੰਜਾਬ ਤੇ ਹਰਿਆਣੇ ਦੇ ਕਬਜ਼ਾ ਕਰਨਾ ਚਾਹੁੰਦਾ ਹੈ। ਉੱਥੇ ਦੀ ਜ਼ਮੀਨ ਬਹੁਤ ਹੀ ਉਪਜਾਊ ਹੈ, ਹੁਣ ਉਹਦੀ ਇਹ ਤੇ ਉਹ ਤੇ ਨੰਗਾ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ। ਹੋਰ ਸਾਰੇ ਵਪਾਰ ਘਾਟੇ 'ਚ ਨੇ। मैं ये बात कहना चाहूँगा कि मोदी जी की जब ये आए थे ना सरकार में, हमें लगा था बहुत अच्छा प्रधानमंत्री आया है, पर इन्होंने नोटबंदी में इतना परेशान किया, हमने कहा कोई बात नहीं। पर आज बात आई है अन्नदाता पे। मैं किसान नहीं हूँ, ना मेरा बाप किसान है, ना दादा किसान है, पर किसान अन्न देवता है, तो मैं अन्न देवता के लिए यहाँ पे आया हूँ। और जो ये बार बार झूठ बोल रहे हैं, देश विरोधी नारे, हमें क्या करना है उस देश विरोधी नारे से? हम तो कह रहे हैं जय जवान जय किसान, जय जवान जय किसान। ਸਰ ਸਾਨੂੰ ਤੇ ਲੱਗਦਾ ਕਿ ਜਿਵੇਂ ਅੰਬਾਨੀ ਅਡਾਨੀ ਇਹਨਾਂ ਦੇ ਕੋਲ ਇਹਨਾਂ ਨੇ ਜਿਹੜਾ ਆਪਣਾ ਖੋਲਣ ਦੀ ਕੋਸ਼ਿਸ਼ ਕੀਤੀ ਹੈ, ਇਹਨਾਂ ਨੂੰ ਖੇਤੀਬਾੜੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਹੈ, ਇਹ ਉਹਨਾਂ ਨੂੰ ਸਪੋਰਟ ਕਰਦੀ ਵੀ ਇਹ ਕਿਸਾਨ ਉਹਦੇ ਅੰਡਰ ਹੋ ਜਾਣ। ਅਸੀਂ ਤੇ ਖੁੱਲੇ ਕੰਮ ਕਰਨ ਵਾਲੇ ਆਂ, ਅਸੀਂ ਆਪ ਕਮਾਉਂਦੇ, ਆਪ ਖਾਣ ਪੀਣ ਵਾਲੇ ਆਂ, ਅਸੀਂ ਕਿਸੇ ਦੇ ਅੰਡਰ ਕੰਮ ਕਿਉਂ ਕਰੀਏ? ये 3 कानून सानू उन्होंने अंडर पा देंगे, अहीं क्यों चाहिए उन्होंने थले? हमारी सरकार से यही मांग है कि जो ये किसान मारू बिल है उनको रद्द किया जाए, क्योंकि अगर किसान ही नहीं होगा तो देश कैसे चलेगा? हमारे देश की ज़्यादातर आमदनी किसानी पर ही टिकी है। अगर किसान खत्म हो गया तो खाएंगे क्या? सर बहुत ज़्यादा गंदी रणनीति आ। जो मोदी सरकार फर्स्ट टाइम आई सी, मोदी ਦਾ ਸਿਰਫ ਇਹ ਬਿਆਨ ਸੀ ਵੀ ਅਸੀਂ ਜਿਹੜਾ ਕਿਸਾਨ ਦੇ ਨਾਲ ਆ, ਜੈ ਜਵਾਨ ਜੈ ਕਿਸਾਨ ਦਾ ਨਾਰਾ ਲਾ ਕੇ ਸਰਕਾਰ ਆ ਗਈ ਤੇ ਹੁਣ ਕਿਸਾਨ ਨੂੰ ਹੀ ਮਾਰਨ ਤੇ ਹੋਏ ਆ। ਆਸੂ ਗੈਸ ਦੇ ਗੋਲੇ ਜਿਹੜੇ ਸਿੱਟੇ ਗਏ, ਕਿਸਾਨ ਅੱਤਵਾਦੀ ਆ। ਕਿਸਾਨ AK-47 ਇੱਥੇ ਕਿਸੇ ਦੇ ਦੀਦੀ ਤੁਹਾਨੂੰ ਪਾਈ ਤੇ ਗੋਲੇ ਕਾਹਤੇ ਸਿੱਟੇ ਗਏ ਸਾਡੇ ਤੇ? ਕਈ ਜ਼ਖਮੀ ਹੋ ਗਏ, ਕਈਆਂ ਦੇ ਸੱਟਾਂ ਲੱਗੀਆਂ। ਅਸੀਂ ਇਹ ਕਨਸਟੀਟਿਊਸ਼ਨ ਦੇ ਖਿਲਾਫ ਚੱਲਦੇ ਪਏ ਵੀ ਅਸੀਂ ਆਪਣਾ ਪ੍ਰੋਟੈਸਟ ਵੀ ਨਹੀਂ ਕਰ ਸਕਦੇ, ਅਸੀਂ ਆਪਣੇ ਹੱਕ ਵੀ ਨਹੀਂ ਮੰਗ ਸਕਦੇ। ਇਹ ਤਾਂ ਕੇਂਦਰ ਸਰਕਾਰ, ਕੱਲੀ ਇੱਕ ਮੋਦੀ ਦੀ ਸਰਕਾਰ ਹੀ ਇਦਾਂ ਦੀ ਆਈ ਆ ਜਿਨ੍ਹਾਂ ਨੇ ਜਿਹੜੀਆਂ ਫਾਰਮਰ ਜਿਹੜੇ ਸੁਸਾਈਡ ਕਰਦੇ ਆ ਉਹਨਾਂ ਦੀ ਜਿਹੜੀ ਗਿਣਤੀ ਦੱਸਣੀ ਬੰਦ ਕਰਤੀ ਆ। ਕੋਈ ਸਰਕਾਰ ਕੇਂਦਰ 'ਚ ਇਦਾਂ ਦੀ ਨਹੀਂ ਆਈ ਜਿਨ੍ਹਾਂ ਨੇ ਗਿਣਤੀ ਦੱਸਣੀ ਬੰਦ ਕੀਤੀ ਸੀ। ਇਹ ਸਿਰਫ ਕੇਂਦਰ ਦੀ ਸਰਕਾਰ, ਹੁਣ ਜਿਹੜੀ ਮੋਦੀ ਦੀ ਸਰਕਾਰ ਆ, ਉਹਨੇ ਗਿਣਤੀ ਦੱਸਣੀ ਬੰਦ ਕਰਤੀ ਆ ਕਿਸਾਨਾਂ ਦੀ ਜਿਹੜੇ ਰੋਜ਼ ਸੁਸਾਈਡ ਕਰਦੇ ਪਏ ਆ। 25 ਤਰੀਕ ਦੇ ਬੈਠੇ ਆ ਜੀ, ਚੱਲੇ ਆ ਤੋ ਬੈਠੇ ਇਸ ਕਰਕੇ ਜੋ ਇਹ 3 ਕਾਨੂੰਨ ਕਾਲੇ ਆ,
इन्ना को रद्द करा के हटेंगे। टाइम जितना मर्जी लगे, एक दिन तो लैके ते 3 साल तक बवांगे, जदों तक यदि सरकार या तो फैसला देगी या फिर उजड़ जू। हमारे खेत की मक्की 5,100 रुपये बिकी है, 500 रुपये में, जिसकी रेट अभी 30 रुपये पंजाब में बिक रही है, 40 रुपये दिल्ली में बिक रही है। 12.5 की खाद 375 रुपये का बोरा। ट्रैक्टर की बहाई, गुडाई, बजाई, खाद की बजाई कहाँ से डालेंगे इसके अंदर जाकर हम? और हम भगवान की दया से पैसा खेत में खिलाते हैं, जो भगवान दे चाहे दे, ना मर को दे, लेकिन इनके मिल गए इनको। हमारे बैंक में पैसे कहाँ उतरेंगे? आप सोचो, आप आते हैं ठीक है, अभी इनको ये चाहिए जो 2 नंबर का माल है छोड़ देना, खेती से जो मिलता है सभी को मिले। एक आदमी 350 रुपये करता है, 5 किलोमीटर के बीचता है, अभी 160 रुपये का बीज डाला है। ਜਿਹੜਾ ਮੋਦੀ ਨੇ ਕਾਲਾ ਕਾਨੂੰਨ ਲਿਖਿਆ, ਜੋ ਐਡੀਨੈਂਸ ਜਾਰੀ ਕਰੇ ਸਾਡੇ ਵਿਰੁੱਧ ਕਿਸਾਨਾਂ ਦੀ ਨੀਤੀ ਨੂੰ ਮਾਰਨ ਵਾਸਤੇ, ਉਹਨਾਂ ਨੂੰ ਲਾਗੂ ਕਰਾਉਣ ਵਾਸਤੇ, ਮਨਾਉਣ ਵਾਸਤੇ ਅਸੀਂ ਇੱਥੇ पहुंचे हैं। इतने जुल्म करेंगे वो तो हमारे लिए, जैसे मैंने काफ़ी अपने बुजुर्गों के इंटरव्यू में भी सुना, वो तो रिबन कटिंग थी, पंजाबियों के लिए तो रिबन कटिंग थी। आगे जाके जो इन्होंने जो वहाँ पे डंडे या पर्चे उन्होंने फेस किए हैं, या बैरिकेड पे उन्होंने आंसू गैस के गोले मारे हैं पुलिस वालों ने, और सरकार ने, हरियाणा सरकार करके खास करके किसानों के ऊपर, उसके ऊपर सर ये कितनी देर रोक लेंगे? आवाज़ को ऐसे दबने वाली तो है नहीं। किसानों ने क्लियर कर दिया है कि जब तक उनकी डिमांड्स पूरी नहीं होंगी, जब तक कानून को रद्द नहीं किया जाएगा, तब तक ये प्रदर्शन जारी रहेगा। चाहे आगे आने वाले टाइम में भी जितनी, अगर ये बंदूकें निकालना चाहते हैं, जो निकालना चाहते हैं, वो निकाल के एक बार देख लें। 25 तरीक रात असीं इत्थे आ गए सीगे, ठीक है। क्यों आए आ ਉਹਦਾ ਮਤਲਬ ਮੀਡੀਆ ਨੂੰ ਪਤਾ ਹੀ ਹੈ ਵੀ ਕਿਉਂ ਆਏ ਆ। ਉਹਦਾ ਕਾਰਨ ਇਹ ਆ ਕਿ ਸਾਡੀ ਕਿਸਾਨੀ ਨੂੰ ਗਲ ਨੂੰ ਹੱਥ ਪਾ ਲਿਆ ਇਹਨਾਂ ਲੋਕਾਂ ਨੇ, ਕਿਉਂਕਿ ਕਿਸਾਨੀ ਦਾ ਮਤਲਬ ਨਿਗਾਰ ਕਿਉਂ ਹੋਇਆ ਹੈ? ਉਹ ਸਿਰਫ ਇਸ ਕਰਕੇ ਹੋਇਆ ਹੈ ਕਿ ਗਵਰਨਮੈਂਟ ਦੀਆਂ ਪਾਲਿਸੀਆਂ ਗਲਤ ਬਣੀਆਂ। ਸਾਨੂੰ ਇਹਨਾਂ ਨੇ 76 ਤੋਂ ਲੈ ਕੇ ਹੁਣ ਤੱਕ 19 ਗੁਣਾ ਭਾਅ ਦਿੱਤਾ ਹੈ, ਸਿਰਫ 19 ਗੁਣਾ। ਜਦ ਕਿ ਇੱਕ ਅਧਿਆਪਕ ਇੰਡੀਆ ਦੇ ਵਿੱਚ ਕੋਈ ਵੀ ਜਿਹੜਾ ਅਧਿਆਪਕ ਆ, ਮਤਲਬ ਮਾਸਟਰ ਜਾਂ ਟੀਚਰ ਆ, ਉਹਦੀ ਤਨਖਾਹ 300 ਗੁਣਾ ਵਧੀ ਆ। ਇਹ ਜਿਹੜਾ ਭਾਅ ਦਾ ਮਤਲਬ ਫਾਸਲਾ ਹੈ, ਇਸ ਕਰਕੇ ਸਾਡਾ ਜਿਹੜਾ ਕਿਸਾਨ ਆ ਉਹਨੇ ਆਤਮ ਹੱਤਿਆ ਮਤਲਬ ਕੀਤੀ ਹੈ ਤੇ ਕਰ ਰਿਹਾ। ਭਾਰਤ ਸਰਕਾਰ ਦਾ ਮੀਡੀਆ ਇਸ ਅੰਦੋਲਨ ਨੂੰ ਤਾਰ-ਪੀੜੋ ਕਰਨਾ ਚਾਹੁੰਦਾ ਹੈ। ਉਹਨਾਂ ਨੇ ਹਰ ਹਰਬਾ ਵਰਤਿਆ ਹੈ, ਖਾਲਿਸਤਾਨੀ ਕਿਹਾ ਗਿਆ ਵਾ, ਉਗਰਵਾਦੀ ਆਖਿਆ ਗਿਆ ਵਾ, ਬਹੁਤ ਇਲਜ਼ਾਮ ਲੱਗੇ ਆ। ਇਹੋ ਜੀ ਕੋਈ ਗੱਲ ਨਹੀਂ। ਇੱਥੋਂ ਤੱਕ ਵੀ ਇਲਜ਼ਾਮ ਲੱਗੇ ਆ ਕਿ ਪੋਲੀਟੀਕਲ ਪਾਰਟੀਆਂ ਦੇ ਆਖਣ ਤੇ ਲੋਕ ਆਏ ਨੇ, ਬਿਲਕੁਲ ਨਹੀਂ। ਇਹ ਕਿਸਾਨਾਂ ਦਾ ਅੰਦੋਲਨ ਆ, ਕਿਸੇ ਦੇ ਕਹਿਣ ਤੇ ਨਹੀਂ ਆਏ। ਤੁਸੀਂ ਵੇਖਿਆ ਹੋਏਗਾ ਕਿਸਾਨ ਆਪਣੀ ਮਰਜ਼ੀ ਨਾਲ ਆਏ ਕਿਉਂ ਆਏ ਆ? ਕਿਉਂਕਿ ਉਹਨਾਂ ਦੀ ਆਰਥਿਕ ਮਤਲਬ ਲੁੱਟ ਖਸੁੱਟ ਹੋ ਰਹੀ ਹੈ, ਤਾਂ ਆਏ ਨੇ। ਇਹਦੇ ਵਿੱਚ ਕਿਸੇ ਦਾ ਮਤਲਬ ਖਾਲਿਸਤਾਨ ਨਾਲ ਕੋਈ ਮਤਲਬ ਨਹੀਂ ਹੈਗਾ। ये बुखला चुके हैं किसान का। ये कानून इन्होंने अध्यादेश लेकर कानून बनाया है, ये अपनी गलती पे बुखला चुके हैं और उनको पता लग गया है कि भारत का किसान है, हरियाणा पंजाब का नहीं, सारे भारत का किसान आ चुका है यहाँ और बुखला चुके हैं ये, इसलिए ये वो करें। ये अन्नदाता के ऊपर ऐसे कर रहे हैं, लाठियाँ चला रहे हैं, कर रहे हैं। इनको शर्म नहीं आती। ये इसीलिए ये इनकी अपनी चाल है कि ये सारा कुछ कह कर देशद्रोही कहते हैं। इनके खिलाफ तो अगर कोई अपने हक के लिए आवाज़ उठाता है, कोई भी आम आदमी, नागरिक, किसान, मजदूर, तो इनको तो देशद्रोही दिखता है। अब इनको ये दिखता है कि कुर्सी जो है तुम्हारी नहीं जानी चाहिए। किसान भाई ने उनके साथ ये तो कभी मुसलमान पे रोक लगाते हैं, कभी किसान के ऊपर लगाते हैं। ये तो अपनी मनमर्जी के बोलते हैं। रात को सोते वक्त आवाज़ निकाल के मुँह से ऐसे होगा सवेरे लागू करके। ਜੇ ਕਿਸਾਨਾਂ ਦੇ ਹੱਕ ਵਿੱਚ ਹੁੰਦਾ ਇਹ ਫੈਸਲਾ ਤਾਂ ਇੱਕ ਗੱਲ ਸੋਚੋ, ਇੰਨੇ ਕਿਸਾਨ ਇੰਨੀ ਭਾਰੀ ਸੰਖਿਆ ਦੇ ਵਿੱਚ ਤਕਰੀਬਨ ਸਾਰਾ ਪੰਜਾਬ ਇੱਥੇ ਉੱਠ ਕੇ ਆ ਚੁੱਕਿਆ ਦਿੱਲੀ ਦੇ ਸੰਘੂ ਬਾਰਡਰ ਤੇ, ਜਾਂ ਦਿੱਲੀ ਦੇ ਚਾਰੇ ਪੰਜੇ ਬਾਰਡਰ ਜਿੰਨੇ ਵੀ ਹੈਗੇ ਨੇ ਸਾਰੇ ਘਿਰ ਚੁੱਕੇ ਨੇ।
ਤਾਂ ਦਿੱਲੀ ਦੀ ਵੀ ਜਿਹੜੀ ਜਨਸੰਖਿਆ ਹੈ, ਦਿੱਲੀ ਦੀ ਜਨਤਾ ਹੈ, ਉਹਨੂੰ ਵੀ ਪਤਾ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਬਿੱਲ ਨਹੀਂ। ਜੇ ਦਿੱਲੀ ਕਿਸਾਨਾਂ ਦੇ ਹੱਕ ਵਿੱਚ ਬਿੱਲ ਹੁੰਦੇ ਤਾਂ ਕਿਸਾਨ ਇੰਨੇ ਕੁ ਜ਼ਿਆਦਾ ਸੂਝਵਾਨ ਨੇ, ਉਹਨਾਂ ਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ। ਦੇਖੋ, ਮੈਂ ਜਿਹੜੇ ਕਹਿੰਦੇ ਨਾ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਕੀਤਾ, ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦਿੰਦਾ। ਮੁੰਡੇ ਨੂੰ ਕੁੜੀ ਨਾਲ ਵਿਆਹ ਦਾ ਇਹ ਦੱਸਿਆ ਜਾਂਦਾ ਵੀ ਕੁੜੀ ਕੌਣ ਆ, ਕੁੜੀ ਕਿੱਦਾਂ ਦੀ। ਇਹ ਕਹਿੰਦੇ ਵੀ ਤੇਰਾ ਕੁੜੀ ਦਾ ਮੁੰਡੇ ਦਾ ਵਿਆਹ ਹੋ ਗਿਆ। ਜਦੋਂ ਇਹਨੇ ਇਹ ਨਹੀਂ ਦੱਸਿਆ ਵੀ ਬਿੱਲ ਵਿੱਚ ਕੀ ਆ ਜਾਂ ਜਿਮੀ ਜੇ ਤੇ ਲਾਗੂ ਕੀਤੇ, ਉਹਨੂੰ ਨਹੀਂ ਪਤਾ ਕੀ ਆ ਤੇ ਕਿੱਦਾਂ ਹੱਕ ਵਿੱਚ ਹੋ ਸਕਦੇ। ਜੇ ਹੱਕ ਵਿੱਚ ਤੇ ਪਬਲਿਕ ਇੰਨੀ ਇਕੱਠੀ ਹੋ ਕੇ ਆ ਗਈ ਆ ਕਿ ਇਹਨਾਂ ਨੂੰ ਲੱਗਦਾ ਵੀ ਸਾਡੇ ਹੱਕ ਵਿੱਚ ਆ। ਜੇ ਹੱਕ ਵਿੱਚ ਹੀ ਸੀ ਤੇ ਥੋੜੇ ਜਿਹੇ ਕਿਸਾਨਾਂ ਨੂੰ ਪੁੱਛਦੇ ਵੀ ਅਸੀਂ ਆਹ ਬਿੱਲ ਪਾਸ ਕਰਨ ਲੱਗੇ ਆ, ਵੀ ਇਹ ਤੁਹਾਨੂੰ ਮਨਜ਼ੂਰ ਆ। ਇਹਨਾਂ ਨੇ ਤਾਂ ਲੋਕਤੰਤਰ ਨਹੀਂ, ਇਹਦਾ ਗੁੰਡਾ ਰਾਜ ਬਣਾ ਦਿੱਤਾ। ਇਹ ਜੀ ਕਿਸਾਨਾਂ ਨਾਲ ਤੁਸੀਂ ਦੇਖੋ, ਇਹ ਤਾਂ ਇਦਾਂ ਦਾ ਵਤੀਰਾ ਕਰ ਰਹੇ ਆ ਜਿਵੇਂ ਅਸੀਂ ਹਿੰਦੁਸਤਾਨ ਦੇ ਨਹੀਂ, ਅਸੀਂ ਪਾਕਿਸਤਾਨ ਤੋਂ ਆਏ ਹੁੰਦੇ ਆ। ਹਰਿਆਣਾ ਬਾਰਡਰ ਇਸ ਤਰੀਕੇ ਨਾਲ ਸੀਲ ਕਰ ਦਿੱਤਾ ਜਿੱਦਾਂ ਕਿ ਅਸੀਂ ਪਾਕਿਸਤਾਨ ਵਾਲਾ ਬਾਰਡਰ ਟੱਪ ਕੇ ਹਿੰਦੁਸਤਾਨ 'ਚ ਐਂਟਰ ਕਰਨਾ ਹੁੰਦਾ ਹੈ ਜੀ। ਤੇ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਇਹ ਮੋਦੀ ਸਰਕਾਰ ਲਈ। ਪਹਿਲਾਂ ਤੁਸੀਂ ਦੇਖੋ, ਮੁਸਲਿਮ ਸਮੁਦਾਇ ਸੀ, ਉਹਨਾਂ ਨਾਲ ਇਹ ਹਾਲ ਕੀਤਾ, ਬੈਂਕ EMPLOYEES ਨਾਲ ਇਹ ਹਾਲ ਕੀਤਾ। ਜਦੋਂ ਸਟੂਡੈਂਟਸ ਨੇ ਆਪਦੀ ਆਵਾਜ਼ ਚੱਕੀ, ਉਹਨਾਂ ਨੂੰ ਟੁਕੜੇ ਗੈਂਗ ਕਹਿ ਦਿੱਤਾ ਗਿਆ। ਤੇ ਹੁਣ ਕਿਸਾਨਾਂ ਨੇ ਚੱਕਿਆ, ਇਹਨਾਂ ਨੇ ਫਿਰ ਉਹਨਾਂ ਨੂੰ ਕਹਿਤਾ ਕਿ ਤੁਸੀਂ ਟੈਰਰਿਸਟ ਹੋ। ਤੇ ਜੀ ਦੇਖੋ, ਇਹ ਗੱਲ ਉਹੀ ਹੈ ਕਿ ਬਸ ਇਹਨਾਂ ਨੂੰ ਇੱਕ ਪ੍ਰੋਪੇਗੈਂਡਾ ਚਾਹੀਦਾ, ਜਿਹੜੀ ਇਹਨਾਂ ਦੀ ਪੇਡ ਮੀਡੀਆ ਹੈ ਉਹਦੇ ਥਰੂ ਪ੍ਰੋਪੇਗੈਂਡਾ ਕ੍ਰੀਏਟ ਕਰਦੇ ਆ, ਹੋਰ ਕੁਝ ਨਹੀਂ। ਮੋਦੀ ਸਾਹਿਬ ਤਾਂ ਬਹੁਤ ਕੁਝ ਕਹਿੰਦੇ ਆ। ਉਹਨਾਂ ਦੇ ਧਾਰਾ ਅੱਗੇ 370 ਹਟਾਈ ਸੀਗੀ, ਉਹ ਵੀ ਕਹਿੰਦੇ ਸੀ ਵੀ ਤੁਹਾਡੇ ਫਾਇਦੇ ਲਈ ਆ, ਤੇ ਉਹਦੇ ਵਿੱਚ ਤਾਂ ਸਾਨੂੰ ਕੋਈ ਫਾਇਦਾ ਨਹੀਂ ਲੱਗਾ। ਸਰਕਾਰ ਜੋ ਕਹਿੰਦੀ ਹੈ ਨਾ, ਉਹ ਆਪਣੇ ਦਿਮਾਗ ਤੇ ਆਪਣੇ ਮਨ ਦੀ ਗੱਲ ਕਹਿੰਦੀ ਆ, ਉਹਦੇ ਕਿਸੇ ਦੇ ਮਨ ਦੀ ਗੱਲ ਕਦੇ ਸੁਣੀ ਨਹੀਂ। ਨਾ ਮੋਦੀ ਜੀ ਖੇਤੀ ਨਾਲ ਜੁੜਿਆ, ਨਾ ਉਹ ਕਿਸਾਨ ਦਾ ਪੁੱਤਰ ਹੈ। ਮੋਦੀ ਜੀ ਨੇ ਬਹੁਤ ਵੱਡੀ ਗਲਤੀ ਕੀਤੀ ਹੈ। ਜੇ ਇਹ ਬਿੱਲ ਲੈ ਕੇ ਆਣੇ ਸੀ, ਕਿਸਾਨਾਂ ਦੇ ਵਿੱਚ ਇੱਕ ਜਿਵੇਂ ਕਹਿੰਦੇ ਆਰਡੀਨੈਂਸ ਪੇਸ਼ ਕੀਤਾ ਸੀ, ਕਿਸਾਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਬਿੱਲਾਂ ਨੂੰ ਪਾਸ ਕਰਨਾ ਚਾਹੀਦਾ ਸੀ। ਅੱਗੇ ਨੂੰ ਵੀ ਆਉਣ ਵਾਲੀ ਸਰਕਾਰ ਨੇ ਕਿਸੇ ਨੇ ਜੇ ਕਿ ਖੇਤੀ ਬਾਰੇ ਕੋਈ ਕਾਨੂੰਨ ਪਾਸ ਕਰਨਾ ਤੇ ਕਿਸਾਨਾਂ ਦੀ ਰਾਏ ਲਏ ਬਿਨਾਂ ਇੱਕ ਵੀ ਕਦਮ ਪੱਟਣਾ ਨਹੀਂ ਚਾਹੀਦਾ। ਇਸ ਦੇ ਬਹੁਤ ਬੁਰਾ ਅਸਰ ਪਵੇਗਾ ਸਰਕਾਰ ਤੇ सरकार ਨੂੰ ਝੁਕਣਾ ਪਵੇਗਾ। नहीं सरकार ਝੁਕਦੀ ਤੇ सरकार ਨੂੰ ਟੁੱਟਣਾ ਪਵੇਗਾ। जो अडानी ने उसको सुविधा दी थी नहीं जहाजों में और इलेक्शन में पैसे लगाए हैं, अगर वो हमारे ये रद्द करता है तो वो उसका आगे वो उसका खर्चा कौन उठाएगा। MSP जो है 28 फसलों की है ऑल ओवर इंडिया। मक्की का रेट जो है 1850 रुपये इस सीज़न का। पंजाब में हमने वो 800, 900 और 1000 रुपये में मक्की बेची है। अगर ये कहते हैं कि MSP फिक्स है, MSP से कम रेट पे हम नहीं बिकने देंगे, तो 6 महीने पहले हमने मक्की जो 1850 की 800, 900 में बेची है। बताएं उसके लिए सरकार ने, केंद्र की सरकार ने क्या किया। देखो, किसान का पुੱਤ है जरूर, वाहिगुरू जी का खालसा वाहिगुरू जी की फतेह, पर साडी बेनती है भी ਉਹ ਇਕੱਲੇ ਹੀ ਕਹਿੰਦਾ ਮੈਂ ਕਿਸਾਨਾਂ ਦਾ ਫਾਇਦਾ ਕਰਦਾ। ਬਿਹਾਰ ਤੇ UP ਇਹਨਾਂ ਸਟੇਟਾਂ ਦਾ ਤਾਂ ਫਾਇਦਾ ਹੋਇਆ ਨਹੀਂ, ਜਿੱਥੇ ਪਹਿਲਾਂ ਇਹ ਟੁੱਟੀ ਵੀ ਹੈ, ਫਸਲਾਂ ਦੇ ਰੇਟ ਟੁੱਟੇ ਨੇ। ਸਾਡਾ ਫਾਇਦਾ ਕਿਵੇਂ ਹੋ ਜੂ? ਸਾਨੂੰ ਤਾਂ ਜਾੜਨਾ ਚਾਹੁੰਦਾ। ਅਸੀਂ ਤਾਂ ਇਹੀ ਕਹਾਂਗੇ ਵੀ ਪੰਜਾਬ ਤਾਂ ਜਮੀ ਪਹਿਲਾਂ ਗਲਿਆ ਪਿਆ ਤੀ, ਰਹਿੰਦਾ ਖੁੰਦਾ ਹੁਣ ਗਾਲ ਦੂ ਮੋਦੀ ਹੈ ਜੀ। ਸਾਡੀ ਤਾਂ ਬੇਨਤੀ ਹੈ ਵੀ ਸਾਨੂੰ ਤਾਂ ਜਿਵੇਂ ਪਹਿਲਾਂ ਕੰਮ ਚੱਲਦਾ ਉਕੋ ਹੀ ਕੰਮ ਚੱਲਦਾ ਰਹਿਣਾ ਚਾਹੀਦਾ ਵੀ ਬਿਲਕੁਲ। ਹਾਂ, MSP ਜਾਰੀ ਰਹੇ, ਸਾਰੇ ਕਿਸਾਨਾਂ ਦੀ ਇਹੀ ਮੰਗ ਹੈ। ਜਿਹੜਾ ਸਾਡਾ ਲੱਖਾਂ ਮਜ਼ਦੂਰ, ਲੱਖਾਂ ਕਿਸਾਨ ਅੱਜ ਲੱਖਾਂ ਦੇ ਹਿਸਾਬ ਨਾਲ ਜੀ ਸੜਕਾਂ ਤੇ ਤੁਰਿਆ ਫਿਰਦਾ, ਇਹਨੂੰ ਜਮੀ ਫਿਕਰ ਨਹੀਂ। ਜੇ ਕਿਸਾਨ ਦਾ ਪੁੱਤ ਹੁੰਦਾ, ਇਹਨੂੰ ਦਰਦ ਹੁੰਦਾ ਵੀ ਕਿਸਾਨ ਕੀ ਚੀਜ਼ ਨੇ। उनको कुछ नहीं पता। जो लोग जहाँ AC में बैठकर नीतियाँ बनाते हैं, IAS अफसर या मोदी सरकार, उनको तो शायद ही कोई ऐसा मंत्री हो जो ये गिना सके कि हाड़ी की फसल कौन सी होती है, सोनी की कौन सी होती है। इसलिए वो तो जो कॉरपोरेट घराने जो क्या कहते हैं वो नीतियाँ लागू करते हैं, ਆਪ ਨਹੀਂ ਕੁਝ ਵੀ ਲਾਗੂ ਕਰਦੇ। ਜੇ ਇਹ ਸਾਡੇ ਪੱਖ 'ਚ ਹੁੰਦੇ ਤਾਂ ਅਸੀਂ ਆਪਣਾ ਘਰ-ਬਾਰ ਛੱਡ ਕੇ ਇੱਥੇ ਕਿਉਂ ਆਉਂਦੇ। ਝੂਠ ਬੋਲਦਾ, ਗੁੰਮਰਾਹ ਕਰਦਾ ਲੋਕਾਂ ਨੂੰ। नहीं किसान के बेटे होते तो आज किसानों की परेशानी समझते क्या। कोई आदमी जाड़े में या पाले में मोदी जी आके 4 दिन खड़े हो जाएंगे क्या। यहाँ कितने दिन से बेचारे परेशान, इनकी परेशानी नहीं समझी रहे। मैं किसान का बेटा हूँ, कोई बात ना, मोदी जी हमें मौत दे देंगे, कोई बात ना, मर भी जाएंगे, मगर किसान के बेटे हैं तो किसान पे के साथ ही रहेंगे। जो से हमारी गर्दन क्यों ना कट जाए, आज गर्दन कटवाने के लिए भी तैयार हैं, मगर किसानों के साथ ही रहेंगे। ਜੇ ਫਾਇਦੇਮੰਦ ਆ ਜਾਂ ਕਿਸਾਨ ਮੰਨਦੇ ਹੀ ਨਹੀਂ, ਜੋ ਫਾਇਦੇਮੰਦ ਆ ਚਾਹੋ ਗਲਤ ਆ, ਜਿਵੇਂ ਮਰਜ਼ੀ ਹੋਵੇ, ਇਸ ਨਾਲ ਕੋਈ ਸਾਨੂੰ ਕੋਈ ਮਤਲਬ ਨਹੀਂ ਹੈਗਾ। ਸਾਡਾ ਸਾਰੀ ਸੰਗਤ ਦਾ, ਸਾਰੇ ਕਿਸਾਨਾਂ ਦਾ ਮੰਗ ਆ ਇਹ ਵਾਪਸ ਲਓ।
ਸਹੀ ਹੋਵੇ ਚਾਹੇ ਫਾਇਦਾ ਜਾਂ ਗਲਤ ਹੋਵੇ, ਉਹਨੂੰ ਚਾਹੀਦਾ ਵੀ ਜਾਂ ਗਲਤ ਹੈ ਬਸ ਮੈਨੂੰ ਵਾਪਸ ਲਓ ਬਸ ਜੇ ਫਾਇਦੇਮੰਦ ਹੁੰਦੇ ਇਹ ਤਾਂ ਫਿਰ ਇੰਨਾ ਜਿਹੜਾ ਅੰਦੋਲਨ ਚੱਲ ਰਿਹਾ ਹੈ ਇਹ ਇੱਕ ਸੂਬੇ ਦੀ ਗੱਲ ਨਹੀਂ ਰਹੀ। ਜੇ ਆਪਾਂ ਕਹੀਏ ਵੀ ਹੁਣ ਪੰਜਾਬ ਤੇ ਆ ਰਹੇ ਆ, ਪਹਿਲਾਂ ਤਾਂ ਰੌਲਾ ਤਾਂ ਵੀ ਇਹ ਪੰਜਾਬ ਦੇ ਨੂੰ ਸਮਝ ਨਹੀਂ ਆਏ, ਇਹਨਾਂ ਵਾਸਤੇ ਬਹੁਤ ਚੰਗੇ ਆ, ਪਰ ਹੁਣ ਜਦੋਂ ਨਾਲ ਲੱਗਦੇ ਸਾਰੇ ਰਾਜ ਮਤਲਬ ਇੱਥੇ ਆ ਰਹੇ ਆ, ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ ਸਾਰੇ ਇੱਥੇ ਰਹੇ ਆ, ਬਾਹਰਲੇ ਮੁਲਕ ਵਰਲਡ ਵੀ ਆ ਰਹੇ ਬਾਹਰ, ਸਾਰੇ ਗੱਲ ਤਾਂ ਇੱਕ ਮੋਦੀ ਠੀਕ ਹੈ। ਕਮ ਸੇ ਕਮ ਇੰਨਾ ਕੁ ਤਾਂ ਸਮਝ ਆਉਣਾ ਚਾਹੀਦਾ ਜਿਨ੍ਹਾਂ ਵਾਸਤੇ ਕਾਨੂੰਨ ਬਣਾਏ ਆ, ਜੇ ਤੁਸੀਂ ਉਹਨਾਂ ਨੂੰ ਇਹ ਮਤਲਬ ਠੀਕ ਨਹੀਂ ਲੱਗਦੇ, ਉਹਨਾਂ ਨੂੰ ਪਤਾ ਵੀ ਇਹ ਸਾਡੇ ਲਈ ਮਾਰੂ ਆ, ਤਦੇ ਇਹਨਾਂ ਅੰਦੋਲਨ शुरू होना, तदे अंदोलन चल रहा है जद्दा। जो इसका मोदी मीडिया है उनको नहीं दिखाई देता का ये ट्रैलियाँ ट्रक ये किसे भरे हुए हैं, और ये गाँव से उससे जो भर के आ रहे हैं राशन के उसके, ये खाना कौन देता? खाना तो इनका ख़त्म करेंगे, हमें इनका ख़त्म करेंगे, जब जाम करेंगे ना, जब उसको तोड़ेंगे। ये एसी में बैठे हैं, यहाँ इनकी सप्लाई बिजली की, पानी की, उसकी हम बंद करेंगे, सब्जी पानी बंद करेंगे। हाँ, इस बात का हमें खेद है कि कुछ आदमी जो है गरीब आदमी या जो नॉर्मल आदमी है वो दिल्ली में, उनसे हम माफ़ी मांगते हैं कि भाई हमारी मजबूरी है, आप भी समझो, पर इनका ज़रूर खाना बंद कर देंगे जो एसी में बैठ के करते हैं। ये देखते हैं कितने दिन खाते हैं। 8 ਤਾਰੀਖ ਨੂੰ ਭਾਰਤ ਬੰਦ ਇਸੇ ਗੱਲ ਕਰਕੇ ਹੈ ਕਿਉਂਕਿ ਜੇ ਦੇਖਿਆ ਜਾਵੇ ਇਹਨਾਂ ਨੂੰ ਤਕਰੀਬਨ 26 ਤਰੀਕ ਤੋਂ ਅੱਜ 5 ਤਰੀਕ ਹੋ ਚੁੱਕੀ ਆ, ਅੱਜ ਤੱਕ ਕੋਈ ਫੈਸਲਾ ਨਹੀਂ ਲਿੱਤਾ ਗਿਆ, ਕੋਈ ਮੀਟਿੰਗ ਦਾ ਕੋਈ ਸਿੱਟਾ ਨਹੀਂ ਨਿਕਲਿਆ। ਜਿਹੜੀ ਮੀਟਿੰਗਾਂ ਹੁੰਦੀਆਂ ਨੇ ਬਾਰ-ਬਾਰ ਗੱਲ ਹੁੰਦੀ ਆ ਤੇ ਗੱਲ ਹੋਣ ਤੋਂ ਬਾਅਦ ਨਾਲ ਦੀ ਨਾਲ ਤਕਰੀਬਨ ਅਗਲੀ ਮੀਟਿੰਗ ਫਿਕਸ ਹੋ ਜਾਂਦੀ ਆ ਤੇ ਕੋਈ ਖਾਸ ਸਿੱਟਾ ਨਹੀਂ ਨਿਕਲ ਰਿਹਾ। ਸਾਰਾ ਭਾਰਤ ਜਦੋਂ ਬੰਦ ਹੋ ਗਿਆ ਨਾ ਤਾਂ ਇਹਨਾਂ ਨੂੰ ਆਪਣੇ ਆਪ ਹੀ ਨਾਸੀ ਤੋਂ ਆ ਜਾਣਾ। ਇਹਨਾਂ ਤਾਂ ਉਹ ਕੰਮ ਕਰ ਲਿਆ, ਬੋਕ ਦੇ ਸਿੰਘਾਂ ਨੂੰ ਹੱਥ ਲਾ ਲਿਆ ਤੇ ਪਤਾ ਲੱਗ ਜੂ ਹੁਣ ਕਿੱਥੇ ਪੇਚ ਪੈਂਦੇ ਨੇ। ਅਸੀਂ 4 ਵਾਰ ਮੀਟਿੰਗਾਂ ਕਰ ਚੁੱਕੇ ਹਾਂ, ਪਰ ਮੋਦੀ ਜੀ ਨੂੰ ਇਹ ਮੀਟਿੰਗਾਂ ਵਿੱਚ ਇਹਦੇ ਵਿੱਚ ਕੁਝ ਹੈ ਨਹੀਂ, ਤੇ ਮੋਦੀ ਜੀ ਮੀਟਿੰਗਾਂ ਦਾ ਕੋਈ ਫੈਸਲਾ ਦੇਣ, ਕੋਈ ਰਿਜ਼ਲਟ ਕਿਉਂ ਨਹੀਂ ਦੇ ਰਹੇ? ਕਿਸ ਚੀਜ਼ ਦਾ ਡਰ ਆ? ਡਰ ਇਸ ਚੀਜ਼ ਦਾ ਕਿ ਇਹ ਅਡਾਨੀ ਬਾਨੀ ਨੇ ਇਹਨਾਂ ਨੂੰ ਕੱਢ ਦੇਣ। ਇਹ ਜਿਹੜਾ ਸਾਨੂੰ ਇਹ ਵਿਚੋਲੀਏ ਦੱਸਣ ਡਿਆ, ਮੈਂ ਤਾਂ ਇਹ ਦੱਸਾਂਗਾ ਕਿ ਮੋਦੀ ਵਿਚੋਲੀਏ ਅਡਾਨੀਆਂ ਬਾਨੀਆਂ ਦੇ, ਮੋਦੀ ਅਡਾਨੀਆਂ ਬਾਨੀਆਂ ਦੇ ਵਿਚੋਲੇ, ਉਹਨਾਂ ਨੂੰ ਹੀ ਸਾਰਾ ਕੁਝ ਦੇਣਾ ਚਾਹੀਦਾ। ਭਾਰਤ ਹੀ ਉਹਨਾਂ ਦੇ ਹੱਥ ਵਿੱਚ ਲੈਣਾ ਚਾਹੁੰਦੇ ਆ। 8 ਤਰੀਕ ਨੂੰ ਪੂਰਾ ਭਾਰਤ ਬੰਦ ਹੋਵੇਗਾ। ਜਦੋਂ ਤੱਕ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੋਦੀ ਸਾਹਿਬ ਨਹੀਂ ਮੰਨਦੇ ਤਦੋਂ ਤੱਕ ਇਹ ਧਰਨਾ ਲਗਾਤਾਰ ਜਾਰੀ ਰਹੇਗਾ, ਚਾਹੇ ਸਾਲ ਲੱਗ ਜਾਵੇ, ਚਾਹੇ ਕੱਲ੍ਹ ਮੰਨ ਲਵੇ। ਜੇ ਨਹੀਂ ਮੰਨਦਾ ਕਿਸਾਨ ਬਿਲਕੁਲ ਵੀ ਝੁਕਦਾ ਨਹੀਂ, ਜੇ ਸਰਕਾਰ ਨੂੰ ਝੁਕਣਾ ਪਵੇਗਾ, ਨਹੀਂ ਸਰਕਾਰ ਝੁਕੇਗੀ ਤਾਂ ਸਰਕਾਰ ਨੂੰ ਟੁੱਟਣਾ ਪਵੇਗਾ। ਦੇਖੋ ਜੀ, ਸਾਡੇ ਅਗਰ ਹਿੱਤ ਵਿੱਚ ਚੱਲਦਾ ਹੈ, ਮੈਂ ਵੀ ਆਪ ਅਸੀਂ ਟਰਾਂਸਪੋਰਟਰ ਹੀ ਹਾਂ, ਟਰਾਂਸਪੋਰਟ ਨਗਰ ਦਿੱਲੀ ਤੋਂ ਬਿਲੋਂਗ ਕਰਦੇ ਹਾਂ। ਅਸੀਂ ਆਪ ਐਲਾਨ ਕੀਤਾ ਕਿ 90 ਲੱਖ ਟਰੱਕ ਦਿੱਲੀ ਪੂਰੇ ਇੰਡੀਆ ਦੇ ਵਿੱਚ ਜਾਮ ਕਰ ਦਾਂਗੇ ਅਗਰ ਕੋਈ ਵੀ ਨਿਸ਼ਕਰਸ਼ ਨਹੀਂ ਨਿਕਲਿਆ ਇਸ ਚੀਜ਼ ਦਾ, ਤੇ ਇਹ ਹੋਏਗਾ। ਗੱਲ ਜ਼ਮੀਨਾਂ ਦੀ ਨਹੀਂ, ਜ਼ਮੀਰ ਦੀ ਗੱਲ ਆ ਹੁਣ, ਠੀਕ ਹੈ ਨਾ। ਅਸੀਂ 2 ਮਹੀਨੇ ਤੋਂ ਬੈਠੇ ਆ, ਠੀਕ ਹੈ ਨਾ, ਉਦੋਂ ਤਾਂ ਇਹਨਾਂ ਨੂੰ ਸੁਣਿਆ ਨਹੀਂ, ਹੁਣ ਜ਼ਿਆਦਾ ਕਿ ਹਿੱਕ ਤੇ ਹੁਣ ਬੈਠੇ ਆ, ਹੁਣ ਇਹਨਾਂ ਨੂੰ ਪਤਾ ਲੱਗੂਗਾ, ਠੀਕ ਹੈ ਨਾ। ਹਜੇ ਵੀ ਅਸੀਂ ਨਿਮਰਤਾ 'ਚ ਹਾਂ, ਹਜੇ ਵੀ ਅਸੀਂ ਹੱਥ ਬੰਨ੍ਹਦੇ ਹਾਂ ਵੀ ਹਾਂ ਸਾਡੀਆਂ ਗੱਲਾਂ ਸੁਣ ਲਓ, ਹੈ ਨਾ। पर जो नहीं सुनते फिर तो वीर कुछ ना कुछ तो करांगे। ये जो इसकी पॉलिसी टालने की पॉलिसी है ना, जो लिंगर ऑन किया हुआ है, इनको किसानों को रोज बुलाता है, इतने लंबे की ज़रूरत क्या है? ये क्या है इनकी पॉलिसी है कि किसान यहाँ परेशान होकर के चले जाएंगे और बातचीत का बहाना कहते हैं भाई बातचीत हो रही है, तो बातचीत 3 बार 4 बार हो चुकी। अब ये इसलिए अल्टीमेटम दिया है कि या तो आज मतलब ये मान जाए, नहीं मानेंगे तो बिल्कुल बंद भी होगा, सारा कुछ होगा, इनकी आंखें भी लेंगे। आप लोग बात कर रहे थे, ये सरकार बोल रही है भी पंजाब के लोग हैं, यहाँ हरियाणा के नहीं हैं, क्योंकि हरियाणा के लोगों ने ही सबसे पहले पहल की। मोड़ा मंडी से सभी बॉर्डर, मोड़ा मंडी, पिपली मंडी, करनाल, सभी जगह से बैरियर तोड़ते हुए सबसे पहले हरियाणा का किसान चला है, उसके बाद ही पंजाब का किसान आया है। और इनकी अनिल विज और अपने प्रधानमंत्री खट्टर साहब, इनकी तो आंखों से अंधे हो रहे हैं, जो बोल रहे हैं आज भी हरियाणा का किसान नहीं है। हरियाणा का किसान सबसे आगे है और पंजाब से भी हमारा बड़ा भाई है, उससे आगे रह के हम काम करेंगे। हम तो पहली तो बात है भाई अपने साथी पंजाब के जो किसान आए हैं उनका धन्यवाद करते हैं कि हमारे को जगाया। हम बहुत ढीले बैठे थे। इनको ये बता दें कि बॉर्डर से लेकर के और यहाँ तक ये किसानों ने, हरियाणा वाले ने पहले बॉर्डर तोड़े हैं इनके। ये किसान है कि और कोई हैं, ये हरियाणा वाले ने तोड़े हैं, तभी इनको रास्ता हमने करवाया है। पहले आगे हम हैं और बाद में ये चले हैं, तो कैसे कह दिया? अभी पीछे इलेक्शन में ही पता लग गया इन्हें, किसान वर्ग का इसका अभी हरियाणा में हुआ था।
तो ये कहने से थोड़ा ही वो होगा भाई कह दिया इन्होंने वहाँ बैठ के कैमरे पे बैठे कह दिया भाई हरियाणा नहीं है। तो ये हरियाणा के यहाँ लंगर भी लगे हैं, इनकी सेवा कर रहे हैं हमारे भाइयों की, और यहाँ आधो आध हो गए हैं। अब इतना ही हरियाणा उठ के इनकी आंखें मिच रही हैं क्या? ये पता नहीं क्या भाई कितना हरियाणा उठ के आ लिया सारा का सारा गाँव से और उनसे सभी से। ਗੋਦੀ ਮੀਡੀਆ ਐ ਕਹਿੰਦੀ ਆ ਨਾ ਸਾਰੀ ਵਿਕਾਊ ਮੀਡੀਆ, ਉਹ ਅੰਬਾਨੀ ਅੰਡਾਨੀ ਦੀ ਵੱਡੇ ਵੱਡੇ ਲੋਕਾਂ ਦੇ ਚੈਨਲ ਨੇ, ਉਹ ਸਰਕਾਰ ਦੇ ਖਿਲਾਫ ਕਿਉਂ ਕਹਿਣਗੇ? ਕਿਉਂਕਿ ਉਹਨਾਂ ਦੇ ਹੱਕ ਵਿੱਚ ਮੋਦੀ ਨੇ ਅੰਡਾਨੀ ਅੰਬਾਨੀ ਦੇ ਹੱਕ ਵਿੱਚ ਇੱਕ ਬਿੱਲ ਪਾਸ ਕਰੇ ਨੇ, ਤੇ ਉਹ ਤਾਂ ਗੋਦੀ ਮੀਡੀਆ ਹੀ ਹੈ, ਬੋਦੀ ਮੀਡੀਆ ਹੈ, ਉਹਨਾਂ ਦਾ ਲੋਕਾਂ ਨੇ ਇੱਥੋਂ ਦਵਲਿਆ ਹੀ ਹੈ। ਜਿਹੜਾ ਸਾਡਾ ਅੰਦੋਲਨ ਚੱਲਦਾ ਉਹਨਾਂ ਤੋਂ ਅੱਗੇ ਵੀ ਨਹੀਂ ਹੋਣ ਦਿੰਦੇ ਕਿਸਾਨ। सरकार तो बड़े निके के गया, 15 लाख भी कहे थी, 2 करोड़ नौकरी भी कहे थी। सरकार के तो जुबानी नहीं है। बीजेपी का मतलब है बेजुबान पार्टी, भाईचारा जलाओ पार्टी, बहुत ही झूठी पार्टी। इनका कोई शर्म नहीं, कोई डर नहीं। नारा देते हैं गाय पड़न का, इनका काले कुत्ते बन रहे हैं। ये बहुत झूठे आदमी हैं सारे। मैं कैथल से हूँ, जिला प्रधान, और कैथल खट्टर साहब की बेबे बिहार की है, मेरा पड़ोस में नाता में मेरी भाभी लगती है। चलो कास्ट कोई भी हो, नाता तो अपना सती बिरादरी का होता है। उसकी सिस्टर से पूछ लेगा वो भाई कैथल से कितने आदमी जा रहे हैं। ये सारा ये सीवर पूरा हरियाणा का है। हम मिले जुले हैं। 8 स्टेट में हमारा पंजाब की पगड़ी बांधते हमारा सरदार हैं। 8 डिस्ट्रिक्ट में हमारा भी हरियाणा में, उन्हें तो सारे ऐसे दिखते में सरदार भी हैं। ये तो वो पुराने सारे सोनीपत के पानीपत के आगे भी ਨਾ ਜੀ ਨਾ ਜਿਹੜੀਆਂ ਬਾਕੀ ਸਟੇਟਾਂ ਸਾਡੀ ਸਪੋਰਟ ਤੇ ਆ ਰਹੀਆਂ ਉਹ ਖਾਲੀ ਮੁੜ ਜਾਣਗੀਆਂ ਕਰਨ ਨੂੰ। ਰਾਜਸਥਾਨ ਆ ਰਿਹਾ, MP ਆ ਰਿਹਾ, ਹਿਮਾਚਲ ਆ ਰਿਹਾ। ਜੇ ਪੰਜਾਬ ਦੇ ਵਿੱਚ ਇਹ ਕਾਨੂੰਨ ਲਾਗੂ ਹੋਊਗਾ, ਗਵਰਨਮੈਂਟ ਸਾਡੀਆਂ ਫਸਲਾਂ ਖਰੀਦੂਗੀ, ਉਹ ਹਿੰਦੁਸਤਾਨ ਦਾ ਹਿੱਸਾ ਨਹੀਂ ਹੈ ਬਾਕੀ ਸਟੇਟਾਂ। ਪੰਜਾਬ, ਹਰਿਆਣਾ, ਯੂਪੀ, ਬਿਹਾਰ ਸਾਰੇ ਪਹੁੰਚੇ ਹੋਏ ਆ, ਸਾਰੀਆਂ ਸਟੇਟਾਂ ਪਹੁੰਚੇ ਹੋਈਆਂ। ਮੋਦੀ ਨੇ ਜਿਹੜੇ ਕਾਨੂੰਨ ਕੀਤੇ ਆ ਇਹਨਾਂ ਨੂੰ ਭੰਗ ਕਰਨਾ ਚਾਹੀਦਾ, ਰੱਦ ਕਰਨਾ ਚਾਹੀਦਾ ਜੀ। ਬਿਲਕੁਲ ਜੀ ਬਿਲकुल, ਪਰ ਅਸੀਂ ਕਹਿੰਦੇ ਉਹ ਸਾਡੇ ਭਰਾ ਹੀ ਖੜੇ ਨੇ, ਉਹਨਾਂ ਤੇ ਪ੍ਰੈਸ਼ਰ ਹੈਗਾ। ਗੋਦੀ ਮੀਡੀਆ ਨੂੰ ਜੋ ਦਿਖਾ ਰਹੀ ਹੈ ਸਾਡੇ ਸਾਹਮਣੇ, ਅਸੀਂ ਸਭ ਜਾਣਦੇ ਉਹ ਸਾਡੇ ਭਰਾ ਨੇ। ਔਰ ਇੱਥੇ ਕੋਈ ਦੇਸ਼ ਵਿਰੋਧੀ ਨਾਰਾ ਨਹੀਂ। ਮੈਨੂੰ ਸੁਣੋ, ਜੈ ਜਵਾਨ ਜੈ ਕਿਸਾਨ, ਤੇ ਅਸੀਂ ਕਹਿੰਦੇ ਆ ਇੰਡੀਆ ਜਿੰਦਾਬਾਦ, ਅਲੱਗ ਦੇਸ਼ ਦੀ ਮੰਗ ਨਹੀਂ। ਇਹ ਲਿਖਿਆ ਜੀ, ਇਹ ਜਿਹੜੇ ਫੇਕ ਮੀਡੀਆ ਵਾਲੇ ਨੇ, ਜ਼ੀ ਨਿਊਜ਼, ਰਿਪਬਲਿਕ, ਅੱਜ ਤੱਕ ਇਹ ਸਾਨੂੰ ਕਵਰ ਨਾ ਕਰਨ, ਕਿਉਂਕਿ ਕੋਈ ਵੀ ਇਹਨਾਂ ਨੇ ਅੱਜ ਤੱਕ ਕਿਸਾਨਾਂ ਦੇ ਹਿਸਾਬ ਨਾਲ ਕੋਈ ਇਹਨਾਂ ਨੇ ਨਿਊਜ਼ ਨਹੀਂ ਚਲਾਈ। ਆਪਣੀ ਫੇਕ ਨਿਊਜ਼ ਚਲਾਉਂਦੇ ਆ ਰਹੇ ਨੇ ਕਿ ਮੋਦੀ ਇਸ ਟਾਈਮ ਕੀ ਕਰ ਰਿਹਾ, ਉਹਦੀ ਸਰਗਰਮੀਆਂ ਹੀ ਚਲਾਉਂਦੇ, ਔਰ ਇਸ ਤੋਂ ਇਲਾਵਾ ਕੁਝ ਨਹੀਂ ਕਰਦੇ। 100% ਕਰ ਰਹੀ ਹੈ ਜੀ, ਤਾਈਓ ਤੋਂ ਕਿਸਾਨਾਂ ਹਾਲੇ ਤੱਕ ਤੁਸੀਂ ਇੱਕ ਵੀ ਇਹਨਾਂ ਕਿਸੇ ਵੀ ਚੈਨਲਾਂ 'ਚ ਤੁਸੀਂ ਹਾਲੇ ਤੱਕ ਕਿਸਾਨਾਂ ਦਾ ਕੋਈ ਸੁਣਿਆ ਅੱਜ ਤੱਕ? ਇੱਥੇ ਘੱਟੋ ਘੱਟ 20 ਲੱਖ ਤੋਂ ਉੱਪਰ ਬੰਦਾ, ਕੱਲੀ ਕੇਂਦਰ ਸਰਕਾਰ ਸਹੀ ਹੋ ਕੇ ਤੇ ਬਾਕੀ ਪਾਗਲ ਥੋੜੋ ਆ। ਹਰਿਆਣਾ, ਯੂਪੀ, ਸਾਰੇ ਕਿਸਾਨ ਜਿੱਥੋਂ ਦੇ ਪੰਜਾਬ ਦੇ ਕਿਸਾਨ ਆ, ਸਾਰੇ ਇਸ ਚੀਜ਼ ਦੇ ਖਿਲਾਫ ਕਿਉਂ ਆ? ਕਿਉਂਕਿ ਇਹ ਗਲਤ ਆ। ਹੁਣ ਇੱਕ ਆੜਤੀਆ ਆ, ਆੜਤੀਆ ਵੀ ਕਿਸਾਨ ਦੀ ਫੈਮਿਲੀ ਦਾ ਮੈਂਬਰ ਹੁੰਦਾ, ਆੜਤੀਏ ਨੂੰ ਵਿੱਚੋਂ ਕੱਢ ਦਿੱਤਾ। ਇਹਨਾਂ ਦੀ ਰਣਨੀਤੀ ਇਹ ਆ, ਇਹਨਾਂ ਨੇ ਫਸਟ ਬਿੱਲ ਲਾਗੂ ਕਰਕੇ ਆੜਤੀਏ ਨੂੰ ਵਿੱਚੋਂ ਕੱਢ ਦੇਣਾ। ਪਹਿਲਾਂ ਪ੍ਰਾਈਸ ਅਪ ਰੱਖਣਗੇ, ਉੱਪਰ ਦੇਣਗੇ ਤੁਹਾਨੂੰ ਜ਼ਿਆਦਾ ਪ੍ਰਾਈਸ ਦੇ ਕੇ ਉਹ ਬੰਦ ਕਰਨਗੇ, ਸਰਕਾਰੀ ਖਰੀਦ ਬੰਦ ਕਰਕੇ। ਉਸ ਤੋਂ ਬਾਅਦ ਜਿਹੜੇ ਪ੍ਰਾਈਵੇਟ ਆ ਉਹ ਤੁਹਾਨੂੰ ਆਪਣੀ ਮਰਜ਼ੀ ਨਾਲ ਰੇਟ ਦੇਣਗੇ। 1000 ਰੁਪਏ ਦੇਣਾ ਕਿ 1100 ਦੇਣਾ ਕੁਇੰਟਲ ਦੇ ਪਿੱਛੇ, ਉਹ ਉਹਨਾਂ ਦੀ ਮਰਜ਼ੀ ਹੋਊਗੀ, ਸਾਡੀ ਕੋਈ ਮਰਜ਼ੀ ਨਹੀਂ। ਕਿਸਾਨ ਇੰਨੀ ਮਿਹਨਤ ਕਰਦਾ ਤੇ ਉਹਦਾ ਆਪਣੀ ਫਸਲ ਤੇ ਹੱਕ ਹੀ ਨਹੀਂ ਹੋਊਗਾ, ਉਹ ਤਾਂ ਕਿਸਾਨ ਮਾਰੂਗਾ। ਬਿਲਕੁਲ ਕਿਸਾਨ ਮਾਰੂ ਬਿੱਲ ਆ ਇਹ। ਦੇਖੋ ਵਜ੍ਹਾ ਤਾਂ ਇੱਕ ਹੀ ਆ। ਹੁਣ ਇਹਦੇ 'ਚ ਤਾਂ ਕੋਈ ਦੋ ਰਾਇਆ ਨਹੀਂ ਹੈਗਾ। ਇਹ ਤਾਂ ਸਾਰੇ ਦੇਸ਼ ਵਿਦੇਸ਼ਾਂ 'ਚ ਵੀ ਪਤਾ ਲੱਗ ਗਿਆ। ਜੇ ਹੁਣ ਆਪਾਂ ਇਹ ਕਹੀਏ ਵੀ ਆਪਾਂ ਕਿਉਂ ਕਰ ਰਹੇ ਹਾਂ, ਕਿਉਂ ਦਾ ਤਾਂ ਇਹਦੇ ਵਿੱਚ ਕੋਈ ਕੁਐਸਚਨ ਰਿਹਾ ਹੀ ਨਹੀਂ ਹੈ। ਉਹਦਾ ਸਾਰਿਆਂ ਨੂੰ ਪਤਾ ਹੈ। ਜਿਸ ਕਰਕੇ ਇੰਨਾ ਬੜਾ ਅੰਦੋਲਨ ਚੱਲਿਆ, ਇਹ ਸਾਰੇ ਰਾਜਾਂ ਦੇ ਲੋਕ ਇਕੱਠੇ ਹੋ ਕੇ, ਕੋਈ ਮੂਰਖਤਾ ਹੈ ਨਹੀਂ। ਇੱਕ ਮੋਦੀ ਆਪਣੀ ਅੜੀ ਪਰ ਆਇਆ ਹੋਇਆ, ਇਹ ਅੜੀ ਨਹੀਂ ਕਰਨੀ ਚਾਹੀਦੀ। ਜਿਹੜਾ ਰਾਜਾ ਹੁੰਦਾ ਹੈ ਉਹਨੂੰ ਸਾਰਿਆਂ ਦੀ ਸੁਣਨੀ ਚਾਹੀਦੀ ਆ। ਉਹਨੂੰ ਪਹਿਲੇ ਦਿਨ ਤੋਂ ਇਹ ਮੰਨ ਲੈਣਾ ਚਾਹੀਦਾ ਤਾਂ ਵੀ ਜਦੋਂ ਜਿਨ੍ਹਾਂ ਲਈ ਇਹ ਕਾਨੂੰਨ ਬਣਾਇਆ ਉਹਨਾਂ ਨੂੰ ਪਸੰਦ ਨਹੀਂ ਹੈਗੇ ਤਾਂ ਉਹਨੂੰ ਇਹ ਖਾਰਜ ਕਰਨੇ ਚਾਹੀਦੇ ਤੇ। ਹੁਣ ਵੀ ਇੱਕੋ ਅਪੀਲ ਆ ਸਾਡੀ, ਬਾਰ-ਬਾਰ ਇਹ ਬੇਨਤੀ ਕਹਿ ਲਓ, ਬੇਨਤੀ ਤਾਂ ਚਲੋ 2.5 ਮਹੀਨੇ ਹੋ ਗਏ ਕਰਦਿਆਂ ਨੂੰ। ਜਦੋਂ ਉੱਥੇ ਰੇਲ ਪਟੜੀਆਂ ਪਰ ਬੈਠੇ ਤੇ ਉਦੋਂ ਸੁਣਵਾਈ ਨਹੀਂ ਹੋਈ। ਜੇ ਹੁਣ ਇੱਥੇ ਹੁਣ ਵੀ ਸੁਣਵਾਈ ਨਹੀਂ ਹੁੰਦੀ ਤਾਂ ਅਸੀਂ ਕਹਿੰਦੇ ਆ ਵੀ ਇਹ ਤਾਨਾਸ਼ਾਹ ਜਿਹੜਾ ਰਾਜ ਬਣਾਇਆ ਹੋਇਆ ਇਹਨੂੰ ਲੋਕ ਅੰਦੋਲਨ, ਜਨ ਅੰਦੋਲਨ ਜਿਹੜਾ ਬਣ ਗਿਆ ਤੇ ਇਹਨੂੰ ਹੁਣ ਪਿੱਛੇ ਮੁੜਨਾ ਪੈਣਾ। ਇਹਦੀ ਮਰਜ਼ੀ ਆ ਵੀ ਅੱਜ ਮੰਨ ਜੇ ਕੱਲ ਮੰਨ ਜੇ, ਇਹ ਉਹਦੇ ਪਰ ਡਿਪੈਂਡ ਆ। ਮੈਂ ਇੱਕ ਜਾਗਰੂਕਤਾ ਪੰਜਾਬ ਤੇ ਹਰਿਆਣੇ ਦੇ ਵਿੱਚ ਏਡੀ ਵਧੀਆ ਹੋਈ ਆ, ਭਾਈਚਾਰਕ ਸਾਂਝ ਬਣੀ ਆ ਸਾਡੀ।
ਅਸੀਂ ਇੱਥੇ ਆਏ ਆ ਪੰਜਾਬ ਤੋਂ ਹਰਿਆਣੇ ਨੇ ਬੜੀ ਸਪੋਰਟ ਸਾਡੀ ਕੀਤੀ ਹੈ, ਤਨ ਮਨ ਮਦਦ ਦੇ ਨਾਲ ਸਪੋਰਟ ਕੀਤੀ ਆ। ਅਸੀਂ ਇਹਨਾਂ ਦੇ ਰਿਣੀ ਆ ਕਿਉਂਕਿ ਇਹ ਜਿਹੜਾ ਅੰਦੋਲਨ ਆ ਇਹ ਨਾ ਪੰਜਾਬ ਦਾ ਹੈ ਨਾ ਹਰਿਆਣੇ ਦਾ ਹੈ, ਇਹ ਭਾਰਤ ਦਾ ਹੈ। ਇੱਕ ਇਹ ਜਨ ਅੰਦੋਲਨ ਆ, ਜਨ ਅੰਦੋਲਨ। ਇਹਦੇ ਵਿੱਚ ਗਰੀਬ, ਮਜ਼ਦੂਰ, ਟੱਪਰੀਵਾਸ, ਪਾਂਡੀ ਸਾਰੇ ਵਰਗ ਆਉਂਦੇ ਆ। ਕੋਈ ਹਿੰਦੂ, ਮੁਸਲਿਮ, ਸਿੱਖ, ਈਸਾਈ ਦਾ ਕੋਈ ਮਤਲਬ ਨਹੀਂ ਹੈ। ਅਸੀਂ ਇੱਕ ਸਰਕਾਰਾਂ ਨੂੰ ਇਹੀ ਕਹਿਣਾ ਚਾਹੁੰਦੇ ਆ ਜੀ, ਇਸ ਇਕੱਠ ਨੂੰ ਦੇਖ ਕੇ, ਅੰਦੋਲਨ ਨੂੰ ਦੇਖ ਕੇ ਉਹਨਾਂ ਨੂੰ ਸਮਝਦਾਰੀ ਨਾਲ ਇਹਦਾ ਕੋਈ ਵਧੀਆ ਹੱਲ ਲੋਕਾਂ ਦੇ ਲਈ ਉਹਨਾਂ ਨੇ ਕਾਨੂੰਨ ਬਣਾਇਆ ਤਾਂ ਲੋਕਾਂ ਦੀ ਸੁਣਨੀ ਚਾਹੀਦੀ ਆ। ਲੋਕਾਂ ਦੇ ਕਿਸਾਨਾਂ ਦੇ ਫਾਇਦੇ ਦੀ ਗੱਲ ਕਹਿ ਰਹੇ ਆ ਤਾਂ ਕਿਸਾਨਾਂ ਨੇ ਉਹਨਾਂ ਨੂੰ ਫਾਇਦੇ ਸਮਝਾਤੇ, ਨੁਕਸਾਨ ਵੀ ਸਮਝਾਤੇ, ਪਰ ਹੁਣ ਉਹਨਾਂ ਨੂੰ ਉਸ ਦੇ ਉੱਤੇ ਜਲਦ ਤੋਂ ਜਲਦ ਕੋਈ ਫੈਸਲਾ ਲੈਣਾ ਚਾਹੀਦਾ ਜੀ। ਦੇਖੋ ਮੈਂ ਤੁਹਾਨੂੰ ਦੱਸਦਾ, ਕੁਰਬਾਨੀ ਦੀ ਗੱਲ ਕਰਦੇ ਆ। 123 ਕੁਰਬਾਨੀਆਂ ਵਰਲਡ ਵਿੱਚ 93 ਸਿੱਖਾਂ ਨੇ ਦਿੱਤੀਆਂ। 2650 ਲੋਕਾਂ ਨੂੰ ਇੱਥੇ ਉਮਰ ਕੈਦ ਹੋਈ ਆ, 2100 ਲੋਕਾਂ ਦੀ ਉਮਰ ਕੈਦ ਸਿੱਖਾਂ ਨੇ ਦਿੱਤੀ ਆ। ਸਿੱਖ ਹਮੇਸ਼ਾ, ਸਾਡੀ ਜਿਹੜੀ ਕੌਮ ਹੈ ਹਮੇਸ਼ਾ ਕੁਰਬਾਨੀ ਲਈ ਤਿਆਰ ਰਹਿੰਦੀ ਹੈ। ਮੈਂ ਤੁਹਾਨੂੰ ਦੱਸਦਾ, ਗੁਰੂ ਪਾਤਸ਼ਾਹ ਸਰਬੱਤ ਦਾਨੀ ਉਹਨਾਂ ਨੇ ਆਪਣਾ ਪਰਿਵਾਰ ਵਾਰਤਾ ਗੁਰੂ ਗੋਬਿੰਦ ਸਿੰਘ ਜੀ ਨੇ। ਅਸੀਂ ਤਾਂ ਕੌਮ ਹੀ ਉਹਨਾਂ ਵਿੱਚੋਂ ਆ, ਪਰ ਅਸੀਂ ਫੇਰ ਵੀ ਸਰਬੱਤ ਦਾ ਭਲਾ ਮੰਗਦੇ ਆ। ਅਸੀਂ ਫੇਰ ਵੀ ਸ਼ਾਂਤਮਈ ਪ੍ਰੋਟੈਸਟ ਕਰ ਰਹੇ ਹਾਂ, ਅਸੀਂ ਕਿਸੇ ਨਾਲ ਧੱਕਾ ਨਹੀਂ ਕਰ ਰਹੇ। ਪੰਜਾਬ ਤੋਂ ਅਸੀਂ ਤੁਰੇ ਆ ਬੜੇ ਸ਼ਾਂਤਮਈ ਤਰੀਕੇ ਨਾਲ, ਪਰ ਇਹ ਸਰਕਾਰਾਂ ਨੇ ਸਾਡੇ ਰਾਹ ਵਿੱਚ ਲਾਏ ਆ। ਗਲਤ ਨੀਤੀਆਂ ਸਰਕਾਰਾਂ ਦੀ ਇਹੀ ਆ ਵੀ ਜੇ ਤਾਂ ਸਰਕਾਰ ਅੱਜ ਫੈਸਲਾ ਕੋ ਸਾਡੇ ਹੱਕ 'ਚ ਹੁੰਦਾ, ਕਿਸਾਨਾਂ ਦੇ ਹੱਕ ਵਿੱਚ, ਤਾਂ ਠੀਕ ਆ, ਨਹੀਂ ਤਾਂ ਇਹ ਸੰਘਰਸ਼ ਤੇਜ਼ ਕਰਾਂਗੇ। ਉਹ ਨਹੀਂ ਜਾਂਦੇ ਨਹੀਂ। ਹੁਣ ਅਸੀਂ ਇੱਥੇ ਅਸੀਂ ਆਏ ਆ ਜਾਣ ਲਈ ਨਹੀਂ ਇੱਥੇ ਆਏ ਸਰ। ਵਾਪਸ ਕਰਾ ਕੇ ਜਾਵਾਂਗੇ ਕਾਨੂੰਨ ਤਿੰਨੇ ਕਾਨੂੰਨ ਵਾਪਸ ਕਰਾ ਕੇ ਜਾਵਾਂਗੇ, ਭਾਵੇਂ ਸਾਲ ਲੱਗ ਜਾਏ 6 ਮਹੀਨੇ ਲੱਗ ਜਾਣ। ਤੇ ਆਖਰੀ ਤਾਂ ਰਵੇ, ਆਖਰੀ ਇੱਥੋਂ ਅਸੀਂ ਜਾਣਾ ਹੀ ਨਹੀਂ। ਅਸੀਂ ਫੈਸਲਾ ਲੈ ਕੇ ਘਰਾਂ ਨੂੰ ਜਾਣਾ। ਅਸੀਂ ਮਿਲ ਕੇ ਆਏ ਆ, ਪਿੰਡੋਂ ਅਰਦਾਸ ਕਰਕੇ ਆਏ ਗੁਰੂ ਸਾਹਿਬ ਮੂਹਰੇ। ਇਹਦਾ ਹਜੇ ਕੋਈ ਸਮਾਂ ਨਹੀਂ, ਜਿੰਨਾ ਚਿਰ ਮਤਲਬ ਕੋਈ ਫੈਸਲਾ ਨਹੀਂ ਹੁੰਦਾ ਉਹਨਾਂ ਚਿਰ ਹਜੇ ਕੋਈ ਵਾਪਸੀ ਦਾ ਕੋਈ ਨਹੀਂ ਕਹਿ ਸਕਦੇ ਹੈਗੇ। ਇਹ ਸਰਕਾਰਾਂ ਜਿੱਥੇ ਤੱਕ ਗਿਰਦੀਆਂ ਗਿਰ ਲੈਂਦੇ ਹੋ, ਪਰ ਅਸੀਂ ਆਪਣਾ ਜਿਹੜੇ ਅਸੀਂ ਕਾਨੂੰਨ ਆ ਉਹ ਵਾਪਸ ਜਿੰਨਾ ਚਿਰ ਲੈਣੇ ਨਹੀਂ, ਅਸੀਂ ਇੱਥੋਂ ਨਹੀਂ ਹਿੱਲਾਂਗੇ। मोदी जी को कहना चाहते हैं मैं ये तो सुधर जाए, नहीं 100 गट्ठे भी खावागा, 100 जूते भी खावागा, फिर भी मानागा, जल्दी मान जाएगा, बढ़िया रहेगा। इसको उत्तरी भारत का पता नहीं है। इन लोगों ने देश की आज़ादी में भी मेन योगदान था। बीजेपी ने आज तक उंगली तक नहीं कटवाई और नारा लगाते हैं भारत माता की जय। भारत माता की जय तो हम मनाएंगे, सुरक्षा हम करते हैं, देश का पेट हम भरते हैं। ये हिंदुस्तान हमारा है, मोदी का नहीं है। ठीक है, झूठ से सत्ता ले ली, झूठ से सत्ता तो ले ली, लेकिन काम तो सच्चाई तो चलेगा सारा होता। 21 ਤਰੀਕ ਦੇ ਆਏ ਹਾਂ ਜੀ। ਇਹ ਗਾਂ ਵੀ ਜਿੰਨਾ ਚਿਰ ਵੀ ਇਹ ਮੋਦੀ ਸਾਹਿਬ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ, ਇਹ ਸੰਘਰਸ਼ ਇੱਦਾਂ ਹੀ ਚੱਲਦਾ ਰਹਿਣਾ ਜੀ। ਇਹਨੂੰ ਜਿੰਨਾ ਮਰਜ਼ੀ ਉਹ ਵਧਾਉਣਾ ਚਾਹਣ ਵਧਾ ਲੈਣ। ਅੱਜ ਸਾਡੀਆਂ ਮੰਗਾਂ ਮੰਨ ਲੈਣ, ਚਾਹੇ 10 ਮਹੀਨਿਆਂ ਬਾਅਦ ਮੰਨਣ, ਚਾਹੇ 1 ਮਹੀਨੇ 'ਚ ਮੰਨਣ, ਅਸੀਂ ਇੱਥੇ ਡਟੇ ਹਾਂ ਜੀ ਸਾਰੇ ਜਾਣੇ। ਅਸੀਂ ਆਪਣੀਆਂ ਮੰਗਾਂ ਬਣਾ ਕੇ ਜਾਣਾ ਜੀ ਇੱਥੋਂ। मोदी सरकार मुर्दाबाद। बिल्कुल भारत माता की जय का नारा कोई औचित्य नहीं है। जो भारत माता के असली सपूत हैं, जो मिट्टी में खड़े हैं, मिट्टी से पलकर आज देश के लिए सोच रहे हैं, तो भारत माता की जय का नारा इनके लिए सार्थक बैठता है, न कि वहाँ खड़े होकर भारत माँ का जय बोलना। कोई औचित्य नहीं है इस नारे का। प्रधानमंत्री मोदी जी को मैं ये संदेश देना चाहता हूँ कि ये देश की 80% जनता सड़कों पर है। आपको देश की 80% जनता बचानी है कि या 2 घर बचाने हैं। ਅਸੀਂ ਕੋਈ ਉਹਦੇ ਨਾਲ ਜੰਗ ਨਹੀਂ ਲੜਨ ਆਏ, ਕੋਈ ਦੇਸ਼ ਨਹੀਂ ਲੁੱਟਣ ਆਏ, ਕੋਈ ਉਹਦੇ ਨਾਲ ਸਾਨੂੰ ਲੜਾਈਆਂ ਨਹੀਂ ਹੈ, ਨਾ ਸਾਡਾ ਕੋਈ ਵੈਰ ਹੈ ਉਹਦੇ ਨਾਲ। ਪਰ ਦੇਖੋ ਜੇ ਕਿਸਾਨਾਂ ਦੇ ਹੱਕੋਂ ਇਹ ਵਾਲੇ ਹੱਕ ਜਿਹੜੇ ਇਹਨੇ ਸੈਂਟਰ ਸਰਕਾਰ ਨੇ ਜਾਰੀ ਕੀਤੇ ਜੇ ਖੋਹ ਲੈਣਗੇ ਤੇ ਫਿਰ ਨਾ ਜਿਹੜਾ ਕਿਸਾਨ ਯੂਪੀ ਦੇ ਭਈਆਂ ਨਾਲੋਂ ਹੀ ਭੈੜੀ ਹਾਲਤ ਹੋ ਜਾਣੀ ਹੈ। ਹੁਣ ਤੇ ਉਹਨਾਂ ਦਾ ਜੀਵਨ ਹੈ ਕਿਸਾਨਾਂ ਦਾ। ਕਿਸਾਨ ਕਹਿਣ ਨੂੰ ਨੇ ਬਾਬਾ ਜੀ ਪੂਰੇ ਪੰਜਾਬ 'ਚ ਧੱਕ ਪਾਈ ਹੋਈ ਆ। ਉਹਨਾਂ ਤੋਂ ਵੱਡਾ ਰਿਚ ਮੈਨ ਕੋਈ ਨਹੀਂ ਹੈਗਾ। ਹੋਰ ਸੋ ਕਹਿੰਦੇ ਰਹਿਣ ਬਈ ਅਸੀਂ ਅਮੀਰ, ਪਰ ਅਮੀਰੀ ਇਹਨੂੰ ਕਹਿੰਦੇ ਆ। ਆਹ ਦੇਖ ਲਓ ਪੂਰਾ, ਤੁਸੀਂ ਕੋਈ ਕਹਿ ਸਕਦਾ ਇੱਥੇ ਧਰਨਾ ਲੱਗਿਆ, ਇਹ ਮੋਰਚਾ ਹੈ, ਮੋਰਚੇ ਤੇ ਲੰਗਰ ਚੱਲ ਰਿਹਾ। ਦੇਖੋ ਅਸੀਂ ਤੇ ਗੁਰੂ नानक पातशाह प्रकाश पुरब नहीं मनाया, तो इतने आके जोड़ मेला देख रहे हैं। किसान भाइयों की बात नहीं मानी गई तो हम दिल्ली पर कूच करेंगे, संसद का घेराव करेंगे। पूरी दिल्ली ना घेरा करेंगे, पूरी दिल्ली ना घेरेंगे, पूरा हरियाणा पंजाब एक हो रहा। बस आही है, धरने ला के जवाब देना पड़ेगा। 4 चपेरे दिल्ली तो घेरा पा लेंगे, दिल्ली बंद कर देंगे, जवाब देना पड़ेगा। ਅਸੀਂ ਤਾਂ 6 ਮਹੀਨੇ ਵੀ ਲਾਵਾਂਗੇ, ਜੇ ਨਹੀਂ ਵਾਪਸ ਆਲੇ ਸਾਲ ਵੀ ਲਾ ਸਕਦੇ। ਇਹ ਮੁੱਦਾ ਖਤਮ ਕਰਕੇ ਹੀ ਹਟਣਾ। ਕੋ ਸਮਝਦਾ ਜੀ? ਸੰਦੇਸ਼ ਤੇ ਪਹਿਲੇ ਹੀ ਕਲੀਅਰ ਹੈਗਾ, ਉਹਨਾਂ ਨੂੰ ਪਹਿਲੇ ਹੀ ਸੰਦੇਸ਼ ਜਾ ਚੁੱਕਾ ਹੈ, ਲੇਕਿਨ ਅਸੀਂ ਉਹਨਾਂ ਨੂੰ ਕਹਾਂਗੇ ਕਿ ਇੱਕ ਠੰਡੇ ਦਿਮਾਗ ਨਾਲ ਸੋਚ ਕੇ ਕਿਸਾਨ ਭਰਾਵਾਂ ਦੀ ਮਦਦ ਕੀਤੀ ਜਾਵੇ। ਮੋਦੀ ਸਰਕਾਰ ਨੂੰ ਇਹੀ ਸੰਦੇਸ਼ ਆ ਕਿ ਫੈਸਲਾ ਇਹਨਾਂ ਨੂੰ ਦੇਣਾ ਪੈਣਾ। ਜਿਹੜੇ ਬਿੱਲ ਨੇ ਕਾਲੇ ਕਾਨੂੰਨ 3 ਆਰਡੀਨੈਂਸ ਉਹ ਰੱਦ ਕਰਨੇ ਪੈਣੇ ਆ।
ਇਹ ਜਿਉਂ-ਜਿਉਂ ਟਾਈਮ ਲੰਬਾ ਕਰੀ ਜਾ ਰਹੇ ਨੇ ਤਿਉਂ ਤੋਂ ਜਿਹੜੇ ਕਾਫਲੇ ਆ ਉਹ ਹੋਰ ਲੰਬੇ ਹੋਈ ਜਾਂਦੇ ਆ, ਪਬਲਿਕ ਹੋਰ ਵਧੀ ਜਾਂਦੀ ਆ। ਅਸੀਂ 26-27 ਤਰੀਕ ਦੇ ਇੱਥੇ ਬੈਠੇ ਆ, ਅੱਗੇ ਨਾਲੋਂ 10 ਗੁਣਾ ਜ਼ਿਆਦਾ ਇਕੱਠ ਹੋ ਗਿਆ। ਕੀ ਫਾਇਦਾ ਲੰਬੇ ਕਰਨ ਦਾ, ਬਿੱਲ ਰੱਦ ਕਰਨੇ ਪੈਣੇ ਆ। ਇਹ ਇਕੱਲਾ ਪੰਜਾਬ ਹਰਿਆਣੇ ਦਾ ਮਸਲਾ ਤਾਂ ਹੈ ਨਹੀਂ, ਇਹ ਹੁਣ मसला बन गया पूरे हिंदुस्तान का। जो 3 बिल है और 2 ऑर्डिनेंस है, जब तक ये वापस नहीं होते, जब तक हम यहीं बैठे रहेंगे, शांतमय आंदोलन करते रहेंगे, जितना भी मर्जी टाइम लग जाए। 26 तरीक ਦੇ ਬੈਠੇ ਆ, ਜੋ ਮੰਗਾਂ ਨੇ ਸਾਡੀਆਂ, ਜੋ ਇਹਨੇ ਕਾਨੂੰਨ ਉਹ ਕਰੇ ਨੇ ਉਹਨਾਂ ਨੂੰ ਰੱਦ ਕਰਾ ਕੇ ਜਾਵਾਂਗੇ। ਜੋ ਸਾਡੇ ਖੇਤੀ ਦੇ ਖਿਲਾਫ ਕਾਨੂੰਨ ਨੇ ਸਾਰੇ, ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰਾ ਕੇ ਜਾਵਾਂਗੇ। ਜਿੰਨਾ ਚਿਰ ਰੱਦ ਨਹੀਂ ਕਰਦਾ ਉਹਨਾਂ ਚਿਰ ਅਸੀਂ ਇਸ ਤਰ੍ਹਾਂ ਹੀ ਬੈਠੇ ਆ, ਆਰਾਮ ਸੇ ਬੈਠੇ ਆ, ਆਪਦਾ ਖਾਣਾ ਪੀਣਾ ਸਾਡਾ ਅਸੀਂ ਬਣਾ ਰਹੇ ਆ, ਰੋਟੀ ਪਾਣੀ। ਇਹ ਧਰਨਾ ਜਿੰਨਾ ਚਿਰ ਮੋਦੀ ਦੀ ਮਰਜ਼ੀ ਆ ਨਾ, ਇਹ ਉਹਨਾਂ ਚਿਰ ਹੀ ਚੱਲਣਾ ਵਾ, ਭਾਵੇਂ ਅੱਜ ਰਾਤ ਠਾ ਦੇ ਤੇ ਭਾਵੇਂ 2 ਸਾਲ ਰੱਖੇ। ਅਸੀਂ ਸਾਰੇ ਆਏ ਆ, ਸਿਰਫ ਅਸੀਂ ਫੈਸਲਾ ਸੁਣਨ ਆਏ ਆ, ਬਾਕੀ ਧਰਨਾ ਲੰਮਾ ਉਹਨਾਂ ਚਿਰ। ਇਹ ਪੁਛਾਰਾ ਪਾ ਕੇ ਸਾਡੇ ਹੌਸਲਿਆਂ ਨੂੰ ਡਗਮਾਉਂਦੇ, ਪਰ ਸਾਡੇ ਹੌਸਲੇ ਡਗਮਾਉਣਗੇ ਨਹੀਂ। ਸਿੱਧੀ ਜੀ ਗੱਲ ਆ, ਦਿੱਲੀ ਸਾਡੀ ਆ, ਅਸੀਂ ਦਿੱਲੀ ਦੇ ਆ, ਠੀਕ ਹੈ ਨਾ ਜੀ। ਆ ਸਾਡੇ ਤਾਂ ਦਾਦੇ ਪੜਦਾਦਿਆਂ ਨੇ ਜਿੱਤ ਕੇ ਦਿੱਲੀ ਵਾਪਸ ਕਰੀ ਹੋਈ ਹੈ, ਇਹਨਾਂ ਨੂੰ ਭੀਖ 'ਚ ਦਿੱਤੀ ਹੋਈ ਆ, ਠੀਕ ਹੈ ਨਾ। ਅਸੀਂ ਤਾਂ ਦੇਖ ਹੱਥ ਬੰਨ੍ਹ ਕੇ ਬਈ ਇਹਨਾਂ ਤੋਂ ਆਪਣਾ ਹੱਕ ਮੰਗ ਰਹੇ ਆ, ਹਨਾ। ਜੇ ਹੁਣ ਨਹੀਂ ਦੇਣਗੇ ਫਿਰ ਵੀਰੇ ਕਰੋ ਤਾਂ ਮਰੋ ਤਾਂ ਹੈ ਉਹ ਆ, ਠੀਕ ਹੈ ਨਾ। ਕੁਛ ਨਾ ਕੁਛ ਤਾਂ ਅਸੀਂ ਵੀ ਕਰਾਂਗੇ। ਅਸੀਂ ਹੱਕ ਦੇਖ ਵੀਰੇ ਪਹਿਲਾਂ ਹੱਥ ਬੰਨ੍ਹ ਕੇ ਮੰਗਦੇ ਆ, ਠੀਕ ਹੈ ਨਾ। ਨਹੀਂ ਫਿਰ ਸਾਨੂੰ ਹੁਣ ਚੱਕਣਾ ਪੈਣਾ ਕੁਛ ਨਾ ਕੁਛ। ਵੀ ਸਾਡਾ ਇਹ ਜਾਰੀ ਰਹੂਗਾ, ਸ਼ਾਂਤਮਈ ਤਰੀਕੇ ਨਾਲ ਰਹੂਗਾ। ਅੱਜ 10 ਦਿਨ ਹੋ ਗਏ ਜੀ, ਇੱਕ ਬੱਲਬ ਤੱਕ ਵੀ ਨਹੀਂ ਕੋਈ ਨੁਕਸਾਨ ਕਰਿਆ। ਆਖਿਰਕਾਰ ਜੇ ਅਸੀਂ ਕੋਈ ਸਰਕਾਰੀ ਉਸ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਆ, ਸਾਡੇ ਤੇ ਪਰਚੇ ਦਰਜ ਹੁੰਦੇ ਆ ਕਿ ਆਹ ਹਰਿਆਣਾ ਸਰਕਾਰ ਨੇ ਸੜਕਾਂ ਪੱਟ ਕੇ ਕਿੱਡਾ ਬੜਾ ਨੁਕਸਾਨ ਕੀਤਾ ਕਿ ਨੁਕਸਾਨਦੇਹ ਬਣਦੇ ਆ, ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ। ਚਾਹੇ ਗੋਲੀ ਵੀ ਚਲਾ ਮੈਂ ਤਾਂ ਵੀ ਸਾਨੂੰ ਕੋਈ ਫਿਕਰ ਨਹੀਂ ਹੈ, ਚਾਹੇ ਗੋਲੀ ਵੀ ਚਲਾ ਮੈਂ ਤਾਂ ਵੀ ਸਾਨੂੰ ਫਿਕਰ ਨਹੀਂ, ਪਰ ਕਾਲੇ ਕਾਨੂੰਨ ਰੱਦ ਕਰਾ ਕੇ ਜਾਣੇ। ਅਸੀਂ ਆਪਣੇ ਨਿਆਣਿਆਂ ਨੂੰ ਪਿੱਛੇ ਰੱਖੂਗੇ, ਪਹਿਲਾਂ ਅਸੀਂ ਆਪ ਜਾਊਂਗੇ, ਜਿਹੜੇ 70 ਸਾਲੇ 60 ਸਾਲੇ ਆ, ਬੁੜਾ ਅਸੀਂ ਆਪ ਹੋਊਂਗੇ ਸਭ ਤੋਂ ਪਹਿਲਾਂ। ਅਸੀਂ ਮਰ ਮਿਟ ਕੇ ਜਾਊਂਗੇ, ਪਰ ਇਹਦਾ ਜਿਹੜਾ ਨਾ ਪਰਿਵਾਰ ਹੈ ਇਹਦਾ ਵੀ ਖਤਮ ਇਸ ਤੇ ਨਹੀਂ ਹੋਣਾ ਜਿਸ ਤਰ੍ਹਾਂ ਸਾਨੂੰ ਇੱਕ ਦੁਖੀ ਕਰਦਾ। ਹੱਕ ਨਹੀਂ ਮਿਲਣਗੇ ਪੂਰੇ, ਜਿੰਨਾ ਚਿਰ ਜਿੰਨੀ ਮਰਜ਼ੀ ਜੋ ਅਸੀਂ ਲੈ ਕੇ ਆਪਦਾ ਮੈਨੀਫੈਸਟੋ ਅਸੀਂ ਆਪਦਾ ਪੂਰਾ ਕਰਾਵਾਂਗੇ। ਜੇ ਨਾ ਕਰੂਗਾ, ਜ਼ਿਆਦਾਤਰ ਨਾ ਕਰੂਗਾ, ਸਭ ਤੋਂ ਪਹਿਲਾਂ ਮੈਂ ਆਪ अगले बने लग के बॉर्डर तोड़ के ही दिल्ली वाल रवाना हुआ। हम आपसे सीधे आ रहे हैं, हमारा फैसला करो। अगर उसको आंसू छाट रहे तो क्या उसको बख्शेंगे? अभी अब मोदी के कांड करने से असी अपने पिंडों हरेक चीज ना भेजना, दाना आटा तेल दिया, भावें तक 20 साल रखे तब भी दिल्ली से नहीं जाएंगे हम। ये ਜਿਹੜਾ ਭਾਰਤ ਹੈ ਨਾ, ਇਹ 135 ਕਰੋੜ ਆਬਾਦੀ ਦਾ ਭਾਰਤ ਹੈ। ਇਹ ਮੋਦੀ ਦੇ ਪਿਓ ਦਾ ਭਾਰਤ ਨਹੀਂਗਾ, ਇਹ ਲੋਕਾਂ ਦਾ ਭਾਰਤ ਆ। 135 ਕਰੋੜ ਦਾ ਭਾਰਤ ਆ ਇਹ। ਜੇ 135 ਕਰੋੜ ਦੇ ਵਿੱਚੋਂ ਅੱਜ 70 ਕਰੋੜ ਕਿਸਾਨ ਦੁਖੀ ਨੇ ਤੇ ਮੋਦੀ ਦੀ ਜ਼ਿੰਮੇਵਾਰੀ ਬਣਦੀ ਆ ਉਹਨੂੰ ਆਪਾਂ ਵੋਟਾਂ ਪਾ ਕੇ ਅੱਗੇ ਲਿਆਂਦਾ। ਉਹਦੀ ਜ਼ਿੰਮੇਵਾਰੀ ਬਣ ਗਈ ਇੱਥੇ ਆਣ ਕੇ ਰੂਟ ਤੇ ਆਣ ਕੇ ਵੇਖੇ ਵੀ ਕਿਸਾਨ ਦੁਖੀ ਕਿਉਂ ਆ। ਆਮ ਜਨਤਾ ਨੂੰ ਤਾਂ ਪੁੱਛਿਆ ਨਹੀਂ ਜਾ ਰਿਹਾ ਹੈਗਾ ਵੀ ਇਹ ਠੀਕ ਆ ਕਿ ਨਹੀਂ ਠੀਕ। ਤਾਂ ਹੁਣ ਜਨਤਾ ਜਿਹੜੀ ਸਾਰੀ ਭੜਕੀ ਫਿਰਦੀ ਹੈ, ਚਾਹੇ ਮੁਸਲਮਾਨ ਹੈ, ਚਾਹੇ ਹਿੰਦੂ ਹੈ, ਚਾਹੇ ਕੋਈ ਵੀ ਕੌਮ ਹੈ, ਹਰ ਕੌਮ ਅੱਜ ਉਰੇ ਇਸ ਨਾਕੇ ਦੇ ਉੱਪਰ ਇਕੱਠੀ ਹੋਈ ਹੈ। ਦਿਖਾਤਾ ਵੀ ਅਸੀਂ ਇਕੱਠੇ ਆ, ਸਾਰੇ ਭੈਣ ਭਾਈ ਜਿੰਨੇ ਵੀ ਹੈਗੇ ਹਿੰਦੁਸਤਾਨ ਦੇ। ਮੋਦੀਆ ਆ ਕੀ ਗੱਲ ਤੂੰ ਕਹੀ ਆ, ਦੇ ਕੇ ਜੱਟਾਂ ਹੱਥ ਰੁਪਈਆ। ਮੋਦੀਆ ਆ ਕੀ ਗੱਲ ਤੂੰ ਕਹੀ ਆ, ਦੇ ਕੇ ਜੱਟਾਂ ਹੱਥ ਰੁਪਈਆ। ਹੋ ਮੋਦੀਆ ਆ ਕੀ ਗੱਲ ਤੂੰ ਕਹੀ ਆ, ਦੇ ਕੇ ਜੱਟਾਂ ਹੱਥ ਰੁਪਈਆ। ਹੁਣ ਉਹਨੂੰ ਹੱਥਾਂ ਪੈਰਾਂ ਦੀ ਪਈ ਆ, ਹੌਸਲੇ ਵੇਖ ਜਵਾਨਾਂ ਦੇ। ਹੋ ਦਿੱਲੀ ਨੂੰ ਵਿਆਉਣ ਨੂੰ ਤੁਰ ਪਏ ਨੇ ਜੀ ਪੁੱਤ ਕਿਸਾਨਾਂ ਦੇ। ਇਹ ਦਿੱਲੀ ਨੂੰ ਵਿਆਉਣ ਨੂੰ ਆ ਗਏ ਨੇ ਜੀ ਪੁੱਤ ਕਿਸਾਨਾਂ ਦੇ। ਹੋ ਅਮਿਤ ਸ਼ਾਹ ਬਣਿਆ ਵਿੱਚ ਵਿਚੋਲਾ, ਰੱਖ ਗਿਆ ਸਾਰੀ ਗੱਲ ਦਾ ਓਲਾ। ਅਮਿਤ ਸ਼ਾਹ ਬਣਿਆ ਵਿੱਚ ਵਿਚੋਲਾ, ਰੱਖ ਗਿਆ ਸਾਰੀ ਗੱਲ ਦਾ ਓਲਾ। ਉਹ ਇਕੱਠਾ ਹੋ ਗਿਆ ਠੱਗਾਂ ਦਾ ਟੋਲਾ, ਹੁਣ ਕਿਉਂ ਬਹਿੰਦੇ ਡਰ ਕੇ ਬਈ। ਹੁਣ ਮੂਰੇ ਹੋ ਕੇ ਕਰੋ ਮਿਲਣੀਆਂ ਕੰਬਲ ਧਰ ਕੇ ਬਈ। ਹੁਣ ਮੂਰੇ ਹੋ ਕੇ ਕਰੋ ਮਿਲਣੀਆਂ ਕੰਬਲ ਧਰ ਕੇ ਬਈ। ਜੀ ਇੱਕ ਤੋਮਰ ਬਣਿਆ ਮੋਰੀ, ਜੀ ਇੱਕ ਤੋਮਰ ਬਣਿਆ ਮੋਰੀ। ਉਹਨੇ ਸਾਹਾ ਚਿੱਠੀ ਤੋਰੀ,
ਜੀ ਇੱਕ ਤੋਮਰ ਬਣਿਆ ਮੋਰੀ ਉਹਨੇ ਸਾਹਾ ਚਿੱਠੀ ਤੋਰੀ ਫੈਸਲੇ ਲੈ ਗਿਆ ਚੋਰੀ ਚੋਰੀ ਭਰਨ ਨੂੰ ਫਿਰਦਾ ਗਿਜੇ ਨੀ ਹੋ ਦਿੱਲੀਏ ਆਰੀ ਬਨ ਕਟਵਾ ਲੈ ਤੇਰੇ ਆਗੇ ਜੀਜੇ ਨੀ ਦਿੱਲੀਏ ਆਰੀ ਬਨ ਕਟਵਾ ਲੈ ਤੇਰੇ ਆਗੇ ਜੀਜੇ ਨੀ ਹੋ ਸਾਨੂੰ ਚਾਹ ਵਾਲਾ ਸਰਦਾਰਾ ਚੜਿਆ ਜੰਜ ਪੰਜਾਬ ਹੈ ਸਾਰਾ ਹੋ ਸਾਨੂੰ ਚਾਹ ਵਾਲਾ ਸਰਦਾਰਾ ਚੜਿਆ ਜੰਜ ਪੰਜਾਬ ਹੈ ਸਾਰਾ ਘੁਮਾਣਾ ਕਰਨਾ ਨਹੀਂ ਕੋਈ ਕਾਰਾ ਜ਼ੋਰ ਇਹਨਾਂ ਦਾ ਪਰਖਾਂਗੇ ਹੁਣ ਤਾਂ ਦਿੱਲੀਏ ਨਹੀਂ ਅਸੀਂ ਆਪਣੀ ਮੰਗ ਵੇ ਆ ਕੇ ਪਰਤਾਂਗੇ ਹੁਣ ਤਾਂ ਦਿੱਲੀਏ ਨਹੀਂ ਅਸੀਂ ਆਪਣੀ ਮੰਗ ਵੇ ਆ ਕੇ ਪਰਤਾਂਗੇ ਬੋਲੇ ਸੋ ਨਿਹਾਲ।